ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਨੂੰ ਆਪਣੇ ਚਰਨਾਂ ਕਮਲਾਂ ਵਿਖੇ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਜੁੜ ਬੈਠੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਔਰ ਇਸ ਪ੍ਰਕਾਰ ਰਹਿਰਾਸ ਸਾਹਿਬ ਜੀ ਦੇ ਪਾਠ ਗੁਰੂ ਕੀ ਬਾਣੀ ਸਰਵਣ ਕੀਤੀ ਹੈ। ਉਪਰੰਤ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸਰਗੁਣ ਸਰੂਪ ਦੀ ਦਸਮ ਸਰੂਪ ਦੀ ਜੋ ਕਥਾ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਦੀ ਚੱਲ ਰਹੀ ਹੈ, ਉਸ ਵਿੱਚ ਹਾਜ਼ਰੀ ਲਵਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਥਾਨੇਸਰ ਨਗਰ ਤੋਂ ਚੱਲ ਕੇ ਇੱਕ ਸਿੱਖ ਪਹੁੰਚਿਆ ਰਾਤ ਦੇ ਸਮੇਂ। ਰਾਤਰੀ ਦੇ ਸਮੇਂ ਆ ਕੇ ਪਹਿਰੇਦਾਰ ਨੂੰ, ਚੌਬਦਾਰ ਨੂੰ, ਚੌਕੀਦਾਰ ਨੂੰ ਕਹਿਣ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁਣੇ ਇਸ ਵੇਲੇ ਸੁਨੇਹਾ ਦੇਣਾ ਹੈ। ਹੁਣ ਇਹ ਨਾ ਕਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਰਹੇ ਆ, ਆਰਾਮ ਕਰ ਰਹੇ ਹਨ, ਸਵੇਰੇ ਗੱਲ ਕਰਾ ਦੇਵਾਂਗਾ। ਨਹੀਂ, ਬਹੁਤ ਐਮਰਜੈਂਸੀ ਹੈ, ਬਹੁਤ ਆਪਾਤਕਾਲੀਨ ਸਥਿਤੀ ਦੇ ਵਿੱਚ ਮੈਂ ਆਇਆ ਹਾਂ, ਕਿਉਂਕਿ ਪਹਾੜੀ ਰਾਜਿਆਂ ਨੇ ਦਿੱਲੀ ਵਿਖੇ ਆਪਣੇ ਬੰਦੇ, ਆਪਣੇ ਵਕੀਲ ਭੇਜ ਕੇ, ਆਪਣੇ ਮੰਤਰੀ ਭੇਜ ਕੇ ਦਿੱਲੀ ਪਾਤਸ਼ਾਹ ਦੇ ਕੋਲ ਝੂਠੀਆਂ ਸੱਚੀਆਂ ਗੱਲਾਂ ਗੁਰੂ ਸਾਹਿਬ ਜੀ ਦੇ ਵਿਰੋਧ ਦੇ ਵਿੱਚ ਆਖੀਆਂ, ਜਿਸ ਕਰਕੇ ਬਾਦਸ਼ਾਹ ਨੇ ਉੱਥੋਂ ਫੌਜ ਚੜ੍ਹਾ ਦਿੱਤੀ ਹੈ। ਸੈਦੇ ਖਾਨ ਪਠਾਨ 1.25 ਲੱਖ ਫੌਜ ਦੇ ਨਾਲ ਦਿੱਲੀ ਤੋਂ ਚੜ੍ਹ ਕੇ ਆਇਆ ਹੈ। ਉਹਨਾਂ ਨੇ ਆ ਕੇ ਥਾਨੇਸਰ ਵਿਖੇ ਡੇਰਾ ਕੀਤਾ। ਜਿਉਂ ਹੀ ਮੈਨੂੰ ਪਤਾ ਲੱਗਿਆ, ਮੈਂ ਆਪਣਾ ਨਗਰ ਥਾਨੇਸਰ ਛੱਡ ਕੇ ਸ਼ੀਘਰ ਹੀ ਤਤक्षण ਹੀ ਗੁਰਦਰਬਾਰ ਦੇ ਵਿੱਚ ਇਹ ਖਬਰ ਕਰਨ ਦੇ ਲਈ ਆਇਆ ਹਾਂ, ਤਾਂ ਕਿ ਗੁਰੂ ਸਾਹਿਬ ਔਰ ਗੁਰੂ ਕਾ ਖਾਲਸਾ ਸੁਚੇਤ ਹੋ ਜਾਵੇ, ਸਾਵਧਾਨ ਹੋ ਜਾਵੇ ਜੰਗ ਲੜਨ ਦੇ ਲਈ। ਰਾਤਰੀ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਸੁਨੇਹਾ ਦਿੱਤਾ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਬੇਫਿਕਰ ਹੋ ਕੇ ਆਰਾਮ ਕਰੋ, ਅੰਮ੍ਰਿਤ ਵੇਲੇ ਸਵੇਰ ਵੇਲੇ ਦਰਬਾਰ ਦੇ ਵਿੱਚ ਗੱਲਬਾਤ ਕਰਾਂਗੇ। ਸਵੇਰ ਦਾ ਵੇਲਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਰ ਹੋ ਕੇ ਜਦੋਂ ਗੁਰਦਰਬਾਰ ਵਿੱਚ ਆ ਕੇ ਸੱਜ ਕੇ ਬੈਠ ਗਏ। ਸਾਰੀਆਂ ਸੰਗਤਾਂ ਗੁਰੂ ਕਾ ਖਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਹਿਤ ਆਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੱਸਿਆ, ਭਾਈ ਸੈਦ ਖਾਂ ਪਠਾਨ ਔਰੰਗਜ਼ੇਬ ਪਾਤਸ਼ਾਹ ਦਾ ਭੇਜਿਆ ਹੋਇਆ ਪਹਾੜੀ ਰਾਜਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ 1.25 ਲੱਖ ਫੌਜ ਉਹ ਲੈ ਕੇ ਚੜ੍ਹਿਆ ਆ ਰਿਹਾ ਹੈ, ਅਤੇ ਇੱਧਰ ਪਹਾੜੀ ਰਾਜਿਆਂ ਦੀ ਜਿਹੜੀ ਫੌਜ ਹੈ ਉਹ ਵੀ ਉਹਨਾਂ ਦੇ ਨਾਲ ਮਿਲ ਕੇ ਗੁਰੂ ਘਰ ਦੇ ਉੱਤੇ ਹਮਲਾਵਰ ਹੋਵੇਗੀ, ਹਮਲਾ ਕਰੇਗੀ। ਅਤੇ ਗੁਰੂ ਕੇ ਖਾਲਸੇ ਤੁਸੀਂ ਦੱਸੋ ਵੀ ਉਹ 1.25 ਲੱਖ ਦੀ ਫੌਜ ਦਿੱਲੀ ਤੋਂ ਆ ਰਹੀ ਹੈ, ਪਹਾੜੀ ਰਾਜਿਆਂ ਵਾਲੀ ਦੀ ਗਿਣਤੀ ਕੋਈ ਨਹੀਂ ਹੈ ਹਾਲੇ, ਵੀ ਕੀ ਤੁਸੀਂ ਉਹਨਾਂ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰ ਸਕੋਗੇ? ਤੁਹਾਨੂੰ ਮੁਕਾਬਲਾ ਕਰਨਾ ਚਾਹੀਦਾ ਜਾਂ ਆਪਾਂ ਨੂੰ ਕੋਈ ਹੋਰ ਉਪਾਅ ਕਰਨਾ ਚਾਹੀਦਾ? ਉਸ ਵੇਲੇ ਗੁਰੂ ਕੇ ਖਾਲਸੇ ਨੇ ਸ਼ਰਧਾ ਭਾਵਨਾ ਦੇ ਨਾਲ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਰਨ ਕਾਰਨ ਸਮਰੱਥ ਹੋ, ਆਪ ਜੀ ਨੇ ਹੀ ਪ੍ਰੇਰਨਾ ਕਰਕੇ ਫੌਜਾਂ ਨੂੰ ਚੜ੍ਹਾਇਆ ਹੈ, ਅਤੇ ਆਪ ਜੀ ਹੀ ਕਿਰਪਾ ਕਰੋ ਅਤੇ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਲਈ ਖਾਲਸੇ ਨੂੰ ਸ਼ਕਤੀ ਬਖਸ਼ ਸਕਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਫਿਰ ਠੀਕ ਹੈ, ਦਿਨ ਦੇ ਚੜ੍ਹਾਅ ਦੇ ਨਾਲ ਹੀ ਫੌਜਾਂ ਆਈਆਂ ਸਮਝੋ ਅਤੇ ਤਿਆਰੇ ਕਰ ਲਓ। ਉਸੇ ਵੇਲੇ ਗੁਰੂ ਕੇ ਖਾਲਸਿਆਂ ਨੇ 500 ਸਿੰਘ ਸੀ, ਬਾਕੀ ਸਿੰਘ ਛੁੱਟੀ 'ਤੇ ਗਏ ਹੋਏ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਵੀ ਜੇਕਰ ਜੰਗ ਲੱਗ ਗਈ ਅਤੇ ਉਹ ਸਮੇਂ ਸਿਰ ਘਰਾਂ ਤੋਂ ਵਾਪਸ ਜਿਹੜੇ ਗੁਰੂ ਕੇ ਖਾਲਸੇ ਉਹ ਨਹੀਂ ਆ ਸਕਣਗੇ। ਇਸ ਕਰਕੇ ਖਾਲਸੇ ਦੇ ਨਾਲ 500 ਸਿੰਘਾਂ ਦੇ ਨਾਲ ਸਤਿਗੁਰੂ ਜੀ ਨੇ ਗੁਰਮਤਾ ਕੀਤਾ, ਰਾਏ ਮਸ਼ਵਰਾ ਕੀਤਾ। ਸਿੰਘ ਜੰਗ ਲੜਨ ਦੇ ਲਈ ਤਿਆਰ ਹੋ ਗਏ, ਇਹ ਭਾਵਨਾ ਰੱਖ ਕੇ ਕਿ ਸ਼ਕਤੀ ਤਾਂ ਪਿੱਛੇ ਸਤਿਗੁਰੂ ਸਾਹਿਬ ਜੀ ਦੀ ਹੀ ਵਰਤਣੀ ਹੈ। ਤਾਂ ਖਾਲਸਾ ਜੀ ਉਸੇ ਵੇਲੇ ਤਤक्षण ਹੀ ਗੁਰੂ ਕੇ ਖਾਲਸਿਆਂ ਨੇ ਕਮਰ ਕਸੇ ਕੱਸ ਲਏ, ਸ਼ਸਤਰ ਸੰਭਾਲ ਲਏ, ਤੀਰ ਕਮਾਨ ਚੁੱਕ ਲਏ, ਔਰ ਇਸ ਪ੍ਰਕਾਰ ਘੋੜਿਆਂ ਦੇ ਉੱਤੇ ਕਾਠੀਆਂ ਪਾ ਕੇ ਤਿਆਰ ਹੋ ਕੇ ਅਨੰਦਪੁਰ ਸਾਹਿਬ ਤੋਂ ਬਾਹਰ ਆ ਗਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਪਠਾਨ ਨੌਕਰ ਰਹਿੰਦਾ ਸੀ। ਮੇਮੂ ਖਾਂ ਜੀ ਦਾ ਨਾਮ ਇਤਿਹਾਸ ਵਿੱਚ ਆਇਆ। ਮੇਮੂ ਖਾਂ ਪਠਾਨ ਨੇ ਆ ਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗਰੀਬ ਨਵਾਜ਼
ਆਪ ਜੀ ਦੇ ਘਰ ਦਾ ਲੰਗਰ ਪਾਣੀ ਛਕਿਆ, ਲੂਣ ਖਾਧਾ ਹੈ। ਅੱਜ ਉਹ ਖਾਧੇ ਹੋਏ ਲੂਣ ਦਾ ਹੱਕ ਦੇਣ ਦਾ ਸਮਾਂ ਆ ਗਿਆ ਹੈ ਤੇ ਆਪ ਜੀ ਕਿਰਪਾ ਕਰੋ, ਮੈਨੂੰ ਆਗਿਆ ਬਖਸ਼ਿਸ਼ ਕਰੋ ਮੈਦਾਨੇ ਜੰਗ ਵਿੱਚ ਜਾਣ ਦੀ। ਹੁਣ ਮੇਰੀ ਬਹਾਦਰੀ ਦੇ ਜੌਹਰ ਵੇਖਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਆਪਣੇ ਕੋਲ ਇੱਕ ਕਮਾਨ ਇਸ ਨੂੰ ਜੰਗ ਲੜਨ ਦੇ ਲਈ ਦਿੱਤੀ ਤੇ ਆਖਿਆ ਗੁਰੂ ਨਾਨਕ ਸਾਹਿਬ ਭਲੇ ਕਰਨਗੇ। ਇੱਧਰ ਨਾਲ ਹੀ ਜਦੋਂ ਮੇਮੂ ਖਾਂ ਪਠਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਖੜਾ ਹੈ ਤੇ ਸੈਦਾ ਬੇਗ ਉਮਰਾਓ ਵੀ ਗੁਰੂ ਚਰਨਾਂ ਵਿੱਚ ਆ ਗਿਆ। ਇਹ ਸੈਦਾ ਬੇਗ ਉਮਰਾਓ ਉਹੀ ਹੈ ਭਾਈ, ਯਾਦ ਰਹੇ ਆਪਾਂ ਪਿੱਛੇ ਇਹ ਪ੍ਰਸੰਗ ਪੜ੍ਹਿਆ ਸੁਣਿਆ ਸੀ। ਅਲਫ ਖਾਂ ਅਤੇ ਸੈਦਾ ਬੇਗ ਇਹ ਜਿਹੜੇ ਦੋਵੇਂ ਪਠਾਨ ਸਨ, ਇਹ ਲਾਹੌਰ ਤੋਂ ਚੜ੍ਹ ਕੇ ਆਏ ਸਨ ਗੁਰੂ ਘਰ ਦੇ ਉੱਤੇ। ਪਹਾੜੀ ਰਾਜਾ ਨੇ ਰਿਸ਼ਵਤ ਦੇ ਕੇ ਇਹਨਾਂ ਨੂੰ ਚੜ੍ਹਾ ਕੇ ਲਿਆਂਦਾ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹੀ ਜਿਹੜਾ ਸੈਦਾ ਬੇਗ ਇਹ ਗੁਰੂ ਕਾ ਸਿੱਖ ਹੋ ਗਿਆ ਸੀ। ਜੰਗ ਛੱਡ ਦਿੱਤੀ ਸੀ, ਆਪਣੀਆਂ ਫੌਜਾਂ ਨੂੰ ਛੱਡ ਕੇ ਉਹਨਾਂ ਨੂੰ ਕਹਿ ਆਇਆ ਸੀ ਭਾਈ ਤੁਸੀਂ ਜਿੱਥੇ ਨੌਕਰੀ ਕਰਨੀ ਕਰੋ, ਜਿੱਧਰ ਜਾਣਾ ਜਾਓ, ਮੈਂ ਤਾਂ ਅੱਜ ਤੋਂ ਗੁਰੂ ਕਾ ਸਿੱਖ ਬਣ ਗਿਆ। ਸੋ ਸੈਦਾ ਬੇਗ ਵੀ ਆਇਆ, ਇਹਨੇ ਵੀ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰੇ ਵੀ ਸ਼ਸਤਰ ਚੱਲਦੇ ਹੋਏ ਵੇਖਿਓ, ਮੇਰੀ ਵੀ ਬਹਾਦਰੀ ਵੇਖਿਓ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਤਰਯਾਮਤਾ ਦੇ ਨਾਲ ਜਾਤਾ ਇਹ ਜਾਣ ਲਿਆ ਕਿ ਇਹ ਸੈਦਾ ਬੇਗ ਉਹੀ ਸਾਡਾ ਪਹਿਲੇ ਸਰੂਪ ਵਾਲਾ ਸਿੱਖ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਵਿੱਚ ਕੰਧਾਰ ਇਲਾਕੇ ਵਿੱਚ ਗਏ, ਇਹਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਸੇਵਾ ਕਰਨ ਉਪਰੰਤ ਆਖਿਆ ਸੀ ਮਹਾਰਾਜ ਮੈਂ ਸ਼ਸਤਰ ਵੀ ਧਾਰਨ ਕਰਕੇ ਰੱਖਿਆ, ਤੁਸੀਂ ਮੇਰੇ ਸ਼ਸਤਰ ਦੇਖੋ, ਸ਼ਸਤਰਾਂ ਦੇ ਜੌਹਰ ਦੇਖੋ। ਤਾਂ ਪਹਿਲੇ ਜਾਮੇ ਵਿੱਚ ਬਚਨ ਹੋਇਆ ਸੀ ਕਿ ਕੋਈ ਗੱਲ ਨਹੀਂ, ਸਮਾਂ ਉਡੀਕੋ, ਤੁਹਾਡੇ ਸ਼ਸਤਰਾਂ ਦੇ ਜੌਹਰ ਜ਼ਰੂਰ ਦੇਖਾਂਗੇ ਜਦੋਂ ਅਸੀਂ 10ਵੇਂ ਜਾਮੇ ਵਿੱਚ ਆਵਾਂਗੇ। ਉਸ ਵੇਲੇ ਤੂੰ ਵੀ ਸਰੀਰ ਧਾਰਨ ਕਰਕੇ ਆਵੇਂਗਾ, ਗੁਰੂ ਘਰ ਵਿਖੇ ਤੇਰੀ ਆਮਦ ਹੋਵੇਗੀ, ਉਸ ਵੇਲੇ ਤੇਰੇ ਸ਼ਸਤਰਾਂ ਦੇ ਜੌਹਰ ਦੇਖਾਂਗੇ। ਇਉਂ ਆਪਣਾ ਸਿੱਖ ਜਾਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸੈਦਾ ਬੇਗ ਨੂੰ ਵੀ ਆਸ਼ੀਰਵਾਦ ਦਿੱਤਾ, ਅਸੀਸ ਦਿੱਤੀ, ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿੱਤੀ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸਰਵਣ ਕਰ ਲਿਆ ਸੀ। ਆਓ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਨ ਜੰਗ ਦਾ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਵਰਣਨ ਕਰ ਰਹੇ ਹਨ, ਬੜੇ ਪਿਆਰ ਦੇ ਨਾਲ ਸਰਵਣ ਕਰਕੇ ਇਤਿਹਾਸ ਦੇ ਅਰਥਾਂ ਨੂੰ ਸਮਝ ਕੇ ਇਤਿਹਾਸ ਦੇ ਉੱਤੇ ਮਾਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ, ਦੋਨੋਂ ਬੜੇ ਵੀਰ ਤਬ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ ਇਹ ਦੋਵੇਂ ਵੱਡੇ ਵੀਰ, ਦੋਵੇਂ ਵੱਡੇ ਸੂਰਮੇ ਮੇਮੂ ਖਾਂ ਅਤੇ ਸੈਦਾ ਬੇਗ ਉਮਰਾਓ ਜਿਹੜਾ ਸੀ, ਦੋਵੇਂ ਮੈਦਾਨੇ ਜੰਗ ਵੱਲ ਚਲੇ ਗਏ। ਔਰ ਨਾਲ ਜਿਹੜੇ ਸਿੰਘ ਨਿਕਲੇ ਸਨ ਦਰਬਾਰ ਦੇ ਵਿੱਚੋਂ ਜੰਗ ਲੜਨ ਦੇ ਲਈ, ਉਹਨਾਂ ਸਿੰਘਾਂ ਨੂੰ ਨਾਲ ਲੈ ਲਿਆ ਤੇ ਇਕੱਲੇ ਸਿੰਘਾਂ ਨੂੰ ਨਹੀਂ ਭੇਜਿਆ। ਸਤਿਗੁਰੂ ਨੇ ਸੈਦਾ ਬੇਗ ਨੂੰ ਨਹੀਂ ਭੇਜਿਆ, ਮੇਮੂ ਖਾਨ ਨੂੰ ਨਹੀਂ ਭੇਜਿਆ, ਸਗੋਂ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਘੋੜ ਸਵਾਰ ਹੋ ਕੇ ਸਤਿਗੁਰੂ ਜੀ ਦੀ ਕਲਗੀ ਝੂਲਦੀ ਜਾਂਦੀ ਹੈ ਸ਼ੋਭਾ ਵਿੱਚ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਗੂੜੇ ਗੁਣ ਹੈ, ਬਹੁਤ ਵੱਡੇ ਸਤਿਗੁਰੂ ਵਿੱਚ ਗੁਣ ਹਨ, ਉਹਨਾਂ ਨੂੰ ਕੋਈ ਜਾਣ ਨਹੀਂ ਸਕਦਾ। ਜਦੋਂ ਦੁਸ਼ਮਣਾਂ ਦੇ ਸਾਹਮਣੇ ਜਾ ਕੇ ਇਹ ਗੁਰੂ ਕੇ ਖਾਲਸੇ ਹੋਏ, ਉਧਰ ਜਿਹੜੇ ਤੁਰਕ ਸਨ, ਤੁਰਕਾਂ ਦੀ ਫੌਜ ਦਿੱਲੀ ਤੋਂ ਆਈ, ਸੈਦ ਖਾਨ ਦੀ ਅਗਵਾਈ ਦੇ ਵਿੱਚ ਉਹ, ਤੇ ਇਧਰ ਪਹਾੜੀ ਰਾਜੇ ਤੇ ਇਹਨਾਂ ਦੀਆਂ ਫੌਜਾਂ ਸਾਰੇ ਮਿਲ ਗਏ ਆਪਸ ਵਿੱਚ ਗੁਰੂ ਨਾਲ ਯੁੱਧ ਲੜਨ ਲਈ। ਇਧਰ ਗੁਰੂ ਕੇ ਸਿੰਘ ਦੇਖਦੇ ਹਨ ਇੰਨੀ ਭਾਰੀ ਗਿਣਤੀ ਫੌਜ ਦੇ ਵੱਲ। ਸਿੰਘਾਂ ਦੇ ਮਨ ਦੇ ਵਿੱਚ ਨਾ ਥੋੜਾ ਜਿਹਾ ਭੈ ਪੈਦਾ ਹੋ ਗਿਆ ਵੀ ਦੁਸ਼ਮਣ ਬਹੁਤ ਗਿਣਤੀ ਵਿੱਚ ਆ, ਤਾਂ ਸਾਜੋ ਸਮਾਨ ਹੀ ਬੜਾ ਲੈ ਕੇ ਚੜ੍ਹੇ ਆਉਂਦੇ ਆ, ਤੇ ਅਸੀਂ ਗਿਣਤੀ ਦੇ 500 ਤੇ ਸਾਡੇ ਕੋਲ ਤਾਂ ਸਾਜੋ ਸਮਾਨ ਵੀ ਬੜਾ ਥੋੜ੍ਹਾ, ਸਾਡੇ ਕੋਲ ਤਾਂ ਰਣ ਦੇ ਵਿੱਚ ਖਰਚਣ ਵਾਲਾ ਜਿਹੜਾ ਸਾਮਾਨ ਹੈ ਇਹ ਬਹੁਤ ਘੱਟ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗੇ ਮਹਾਰਾਜ ਸਾਡੇ ਕੋਲ ਗੋਲੀ ਬਾਰੂਦ ਸਿੱਕਾ ਤੇ ਜਿਹੜੀ ਨਫਰੀ ਹੈ ਫੌਜ ਹੈ ਇਹ ਬਹੁਤ ਘੱਟ ਗਿਣਤੀ ਵਿੱਚ ਹੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਖਾਲਸਾ ਜੀ ਥੋੜੇ ਸਮੇਂ ਵਾਸਤੇ ਸਾਰੇ ਜਿੰਨੇ ਗੁਰੂ ਕੇ ਖਾਲਸੇ ਹੋ ਨਾ ਨੇਤਰਾਂ ਨੂੰ ਬੰਦ ਕਰ ਲਓ। ਫਿਰ ਉਸ ਵੇਲੇ
ਬਚਨ ਕੀਤਾ ਕਿ ਅੱਖਾਂ ਨੂੰ ਬੰਦ ਕਰੋ, ਨੇਤਰਾਂ ਨੂੰ ਬੰਦ ਕਰੋ ਤੇ ਨੇਤਰ ਬੰਦ ਕਰਕੇ ਦੇਖੋ ਵੀ ਸਾਡੇ ਕੋਲੇ ਲੜਾਈ ਲੜਨ ਦੇ ਲਈ ਕਿੰਨਾ ਕੁ ਖਰਚਾ ਹੈ। ਇਹ ਭਾਵਨਾ ਦੇ ਨਾਲ ਦੇਖੋ ਵੀ ਸਾਡੇ ਕੋਲੇ ਫੌਜ, ਗੋਲੀ, ਬਰੂਦ, ਸਿੱਕਾ ਕਿੰਨਾ ਹੈ। ਸਤਿਗੁਰੂ ਜੀ ਦਾ ਵਚਨ ਮੰਨ ਕੇ ਸਾਰੇ ਗੁਰੂ ਕੇ ਖਾਲਸਿਆਂ ਨੇ ਨੇਤਰ ਬੰਦ ਕਰ ਲਏ। ਜਦੋਂ ਨੇਤਰ ਬੰਦ ਕੀਤੇ ਤੇ ਬੜੀ ਜਿਹੜੀ ਅਸਚਰਜ ਰਚਨਾ ਜਿਹੜੀ ਨਾ ਇਹਨਾਂ ਨੂੰ ਬੰਦ ਨੇਤਰਾਂ ਦੇ ਨਾਲ ਦਿਖਾਈ ਦਿੱਤੀ। ਕੀ ਦੇਖਦੇ ਆ ਗੁਰੂ ਕੇ ਖਾਲਸੇ ਵੀ ਸਤਿਗੁਰੂ ਨੇ ਮਹਿਮਾ ਐਸਾ ਕੌਤਕ ਵਰਤਾ ਦਿੱਤਾ ਵੀ ਜਿਹੜੀਆਂ ਸ਼ਹੀਦੀ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਹੀ ਗੁਰੂ ਕੇ ਖਾਲਸੇ ਮੈਦਾਨੇ ਜੰਗ ਵਿੱਚ ਤਿਆਰ ਬਰ ਤਿਆਰ ਖੜੇ ਹਨ। ਸਾਰਿਆਂ ਨੇ, ਸਾਰੇ ਗੁਰੂ ਕੇ ਖਾਲਸਿਆਂ ਨੇ ਅਨੇਕਾਂ ਪ੍ਰਕਾਰ ਦੇ ਸ਼ਸਤਰ ਵਸਤਰ ਧਾਰਨ ਕੀਤੇ ਹੋਏ ਹਨ। ਕਿੰਨੀ ਹੀ ਫੌਜ ਜਿਹੜੀ ਘੋੜਿਆਂ ਦੇ ਉੱਪਰ ਸਵਾਰ ਹੋਈ ਹੈ। ਸੋ ਕਿਸੇ ਨੇ ਹੱਥਾਂ ਵਿੱਚ ਧਨੁੱਖ ਫੜੇ ਹੋਏ ਆ, ਕਿਸੇ ਨੇ ਬੰਦੂਕ ਫੜੀ ਹੋਈ ਹੈ, ਕਿਸੇ ਨੇ ਹੱਥਾਂ ਵਿੱਚ ਕਿਰਪਾਨਾਂ ਢਾਲਾਂ ਫੜੀਆਂ ਹੋਈਆਂ ਹਨ। ਔਰ ਕਿੰਨੇ ਗੁਰੂ ਕੇ ਖਾਲਸੇ ਸ਼ਹੀਦੀ ਫੌਜਾਂ ਪੈਦਲ ਹੀ ਬੜੇ ਸਾਵਧਾਨ ਤਿਆਰ ਬਰ ਤਿਆਰ ਹਨ। ਔਰ ਸਾਰਿਆਂ ਦੇ ਮਨ ਦੇ ਵਿੱਚ ਵੀਰ ਰਸ ਪੈਦਾ ਹੋਇਆ ਜੰਗ ਲੜਨ ਦੇ ਲਈ। ਹਾਂ, ਜਿਹੜੀ ਧੂੜੀ ਹੈ, ਰੇਤਾ ਨਾ ਉੱਥੇ ਮੈਦਾਨੇ ਜੰਗ ਵਿੱਚ ਪਿਆ, ਗੁਰੂ ਕੇ ਖਾਲਸਿਆਂ ਨੂੰ ਇਉਂ ਲੱਗਦਾ ਵੀ ਇਹ ਤਾਂ ਬਰੂਦ ਹੀ ਹੈ ਸਾਡੇ ਕੋਲ। ਜਿੰਨੇ ਪੱਥਰ ਕੰਕਰ ਡਿੱਗੇ ਪਏ ਸੀ ਉਹ ਗੁਰੂ ਕੇ ਖਾਲਸੇ ਨੂੰ ਇਉਂ ਪ੍ਰਤੀਤ ਹੁੰਦੇ ਐ ਵੀ ਆ ਸਾਡੇ ਕੋਲ ਵੱਡੇ ਵੱਡੇ ਬੰਬ ਪਏ ਆ, ਬਹੁਤ ਸਾਰੀਆਂ ਗੋਲੀਆਂ, ਐਮੀਨੀਸ਼ਨ ਪਿਆ ਹੈ। ਹਾਂ, ਔਰ ਚਾਰੇ ਪਾਸੇ ਹੀ ਉਹਨਾਂ ਨੂੰ ਦਿਖਾਈ ਦਿੰਦਾ ਹੈ ਵੀ ਸਾਡੇ ਕੋਲੇ ਤਰਕਸ਼, ਤੀਰ, ਭੱਥੇ, ਧਨੁੱਖ ਇਤਿਆਦਿਕ ਬਹੁਤ ਪਏ ਹਨ। ਫਿਰ ਗੁਰੂ ਕੇ ਖਾਲਸਿਆਂ ਨੇ ਜਦੋਂ ਇੰਨਾ ਕੁਝ ਦੇਖਿਆ ਨਾ, ਮਨ ਵਿੱਚ ਚਾਹਨਾ ਪੈਦਾ ਹੋ ਗਈ ਵੀ ਹੁਣ ਜੰਗ ਮਚਾਈਏ, ਘਮਾਸਾਨ ਦਾ ਜੰਗ ਲੜੀਏ। ਦੇਖ ਦੇਖ ਕੇ ਸਾਰੇ ਕੌਤਕ ਨੂੰ ਸਾਰੇ ਸਿੰਘ ਬੜੇ ਆਨੰਦਿਤ ਹੋਏ, ਬੜੇ ਪ੍ਰਸੰਨ ਹੋਏ। ਦੋਵੇਂ ਹੱਥ ਜੋੜੇ ਗੁਰੂ ਕੇ ਸਿੰਘਾਂ ਨੇ ਸਤਿਗੁਰੂ ਜੀ ਦੀ ਮਹਿਮਾ ਦੇਖ ਕੇ ਤੇ ਫਿਰ ਜੰਗ ਚਾਹਣ ਲੱਗੇ ਕਿ ਹੁਣ ਮੈਦਾਨੇ ਜੰਗ ਵਿੱਚ ਜਾ ਕੇ ਜੂਝੀਏ। ਹਾਂ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਸਤਕ ਟੇਕਿਆ, ਮੱਥਾ ਟੇਕਿਆ ਤੇ ਬੜੀ ਚਮਕ ਦਮਕ ਦੇ ਨਾਲ ਬੜੇ ਫਰੈਸ਼ ਹੋ ਕੇ ਇਹ ਜਿਹੜੇ ਗੁਰੂ ਕੇ ਖਾਲਸੇ ਸੀ ਨਾ, ਚਮਕ ਪਏ, ਮੈਦਾਨੇ ਜੰਗ ਵਿੱਚ ਡਟ ਪਏ। ਦੁਸ਼ਮਣਾਂ ਦੇ ਨਾਲ, ਵੈਰੀਆਂ ਦੇ ਨਾਲ ਸਾਹਮਣੇ ਮੱਥੇ ਹੋ ਕੇ ਲੜਦੇ ਹਨ। ਬੜੇ ਖੁਸ਼ ਹੋ ਕੇ ਗੁਰੂ ਕੇ ਸੂਰਮੇ ਸਿੰਘ ਸ਼ਸਤਰ ਚਲਾਉਂਦੇ ਹਨ। ਹਾਂ, ਇਸ ਪ੍ਰਕਾਰ ਜਿਵੇਂ ਕਹਿੰਦੇ ਘਾਨ ਬਰਖ ਹੈ, ਬੱਦਲ ਵਰਦਾ ਹੁੰਦਾ ਨਾ, ਉਹਦੇ 'ਚੋਂ ਬੂੰਦਾਂ ਡਿੱਗਦੀਆਂ ਹੁੰਦੀਆਂ, ਇਉਂ ਗੁਰੂ ਕੇ ਖਾਲਸੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਹਨ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਰੋੜੀ ਤੇ ਇੱਕ ਉੱਚੀ ਜਗ੍ਹਾ ਦੇ ਉੱਤੇ ਬੈਠੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਸੇ ਬੈਠੇ ਹੋਏ ਇਸ ਜੰਗ ਨੂੰ ਦੇਖ ਰਹੇ ਹਨ ਕਿ ਕਿਵੇਂ ਬਹੁਤ ਭਾਰੀ ਜੰਗ ਮਚਿਆ ਹੋਇਆ ਹੈ। ਇੱਕ ਇੱਕ ਸਿੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਪਾਉਂਦੇ ਹਨ। ਇੱਧਰ ਵੇਖਦੇ ਆ ਵੀ ਕੱਲੇ ਕੱਲੇ ਸਿੱਖ ਨੂੰ ਦੇਖ ਕੇ ਵੀ ਇਹਨਾਂ ਦੀ ਗਿਣਤੀ ਬੜੀ ਥੋੜੀ ਹੈ। ਕੱਲੇ ਕੱਲੇ ਦੇ ਉੱਤੇ 100 ਤੁਰਕੜੇ ਆ ਕੇ ਧਾ ਕੇ ਪੈ ਗਏ। ਹਾਂ, ਸਾਰਿਆਂ ਦੇ ਹੱਥਾਂ ਵਿੱਚ, ਕਿਸੇ ਦੇ ਹੱਥ ਵਿੱਚ ਤੁਪਕ ਬੰਦੂਕ ਹੈ, ਕਿਸੇ ਦੇ ਹੱਥ ਵਿੱਚ ਤੀਰ, ਕਿਸੇ ਦੇ ਤਲਵਾਰ ਤੇ ਕਟਾਰਾਂ ਹਨ। ਬਹੁਤ ਭਿਆਨਕ ਜਿਹੜੀ ਮਾਰ ਹੈ ਉਹ ਮੈਦਾਨੇ ਜੰਗ ਦੇ ਵਿੱਚ ਮੱਚੀ ਹੋਈ ਹੈ ਇੱਕ ਸਾਰ। ਸੋ ਜਿਹੜੇ ਸੂਰਮੇ ਹੈ ਉਹ ਡਿੱਗ ਡਿੱਗ ਕੇ ਧਰਤੀ ਦੇ ਉੱਤੇ ਘਾਇਲ ਹੋ ਕੇ ਡਿੱਗ ਡਿੱਗ ਪੈਂਦੇ ਹਨ। ਸੂਰਮਿਆਂ ਦੇ ਦੋਵੇਂ ਪਾਸਿਆਂ ਦੇ ਸੂਰਮਿਆਂ ਦੇ ਜਿਹੜੇ ਤਨ ਆ, ਸਰੀਰ ਆ ਨਾ, ਉਹ ਖੂਨ ਦੇ ਨਾਲ ਲੱਥਪੱਥ ਹੋ ਕੇ ਧਰਤੀ ਤੇ ਡਿੱਗ ਰਹੇ ਹਨ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫੌਜ ਦੀ ਤਰਫੋਂ ਭਾਈ ਰਣ ਸਿੰਘ ਜੀ
ਭਾਈ ਸ਼ਾਮ ਸਿੰਘ ਜੀ, ਭਾਈ ਵੀਰ ਸਿੰਘ ਜੀ ਤੇ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ। ਸੂਰਮਾ ਧਰਮ ਸਿੰਘ ਧਾਇਓ ਕਰ ਹੀਰ ਕੋ। ਹਾਂ, ਔਰ ਦੂਸਰੇ ਪਿਆਰੇ ਜਿਹੜੇ ਭਾਈ ਧਰਮ ਸਿੰਘ ਜੀ ਸੂਰਮੇ ਹਨ, ਇਹ ਸਾਰੇ ਸੂਰਮੇ ਹੱਲਾ ਕਰਕੇ ਧਾ ਕੇ ਪੈ ਗਏ ਦੁਸ਼ਮਣ ਤੇ। ਸਾਹਿਬ ਸਿੰਘ, ਦੇਵਾ ਸਿੰਘ ਔਰ ਭਾਈ ਦੀਪ ਸਿੰਘ। ਇਸੇ ਪ੍ਰਕਾਰ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਟੇਕ ਸਿੰਘ ਜੀ ਅਤੇ ਆਦਿਕ ਸੂਰਮੇ। ਰਾਮ ਸਿੰਘ, ਹਰੀ ਸਿੰਘ ਬਾਰੀ ਧਨ ਪੀਰ ਕੋ। ਭਾਈ ਰਾਮ ਸਿੰਘ ਜੀ, ਭਾਈ ਹਰੀ ਸਿੰਘ ਜੀ ਇਤਿਆਦਿਕ ਗੁਰੂ ਕੇ ਖਾਲਸੇ ਸੂਰਮੇ, ਇਹਨਾਂ ਨੇ ਵੀ ਘੋੜਿਆਂ ਨੂੰ ਦੌੜਾਇਆ ਹੈ, ਪੇਲ ਦਿੱਤਾ ਹੈ ਮੈਦਾਨੇ ਜੰਗ ਵਿੱਚ। ਮੋਹਕਮ ਸਿੰਘ, ਕੰਨਾ ਸਿੰਘ ਔਰ ਧਿਆਨ ਸਿੰਘ। ਇਸ ਪ੍ਰਕਾਰ ਭਾਈ ਮੋਹਕਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਧੰਨਾ ਸਿੰਘ ਜੀ ਅਤੇ ਭਾਈ ਧਿਆਨ ਸਿੰਘ। ਗਿਆਨ ਸਿੰਘ, ਮਾਨ ਸਿੰਘ ਔਰ ਭੱਟ ਵੀਰ ਕੋ। ਭਾਈ ਗਿਆਨ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਭਾਈ ਮਾਨ ਸਿੰਘ ਜੀ, ਸੋ ਇਹਨਾਂ ਨੇ ਵੀ ਮੈਦਾਨੇ ਜੰਗ ਦੇ ਵਿੱਚ ਵੱਡਾ ਰੌਲਾ ਮਚਾਇਆ ਹੈ। ਮਾਰ ਮਾਰ ਕਹੇ ਅਰ ਮਾਰ ਮਾਰ ਵੀਰੇ ਸਿੰਘ। ਸਿੰਘ ਕਹਿੰਦੇ ਆ ਮਾਰ ਲਓ, ਫੜ ਲਓ, ਤੁਰਕਾਂ ਨੂੰ ਮਾਰ ਲਓ। ਉਧਰ ਜਿਹੜੇ ਤੁਰਕ ਕਹਿੰਦੇ ਆ ਵੀ ਫੜ ਲਓ ਸਿੱਖਾਂ ਨੂੰ, ਸਿੰਘਾਂ ਨੂੰ ਮਾਰ ਲਓ, ਖਾਲਸਿਆਂ ਨੂੰ ਮਾਰੋ ਮਾਰ ਮੱਚੀ ਹੋਈ ਆ। ਦੋਵੇਂ ਪਾਸਿਆਂ ਦੇ ਸੂਰਮੇ ਮਾਰ ਲਓ ਕਹਿੰਦੇ ਹਨ। ਅਰ ਮਾਰ ਮਾਰ ਗੇਰੇ ਸਿੰਘ। ਅਰ ਨਾਮ ਹੈ ਵੈਰੀ ਦਾ, ਦੁਸ਼ਮਣ ਦਾ। ਵੈਰੀਆਂ ਨੂੰ ਮਾਰ ਮਾਰ ਕੇ ਡੇਗ ਰਹੇ ਹਨ ਗੁਰੂ ਕੇ ਸਿੰਘ। ਵਦਤ ਅਗੇ ਪੈ ਪਿਛਲੇ ਜਿਮ ਖੀਰ ਕੋ। ਔਰ ਅੱਗੇ ਹੀ ਅੱਗੇ ਵੱਧਦੇ ਜਾਂਦੇ ਹਨ ਗੁਰੂ ਕੇ ਸਿੱਖ, ਪੈਰ ਪਛਾਹ ਨਹੀਂ ਮੋੜਦੇ ਹਨ। ਜਿਵੇਂ ਖੇਡ ਖੇਡਦੇ ਹੋਏ ਕਦੇ ਕੋਈ ਅੱਗੇ ਨੂੰ ਹੁੰਦਾ, ਕਦੇ ਕੋਈ ਪਿੱਛੇ ਹੁੰਦਾ, ਇਸ ਤਰ੍ਹਾਂ ਕਦੇ ਅਗਾਂਹ ਵੱਧ ਕੇ ਵਾਰ ਕਰਦੇ ਆ, ਕਦੇ ਇੱਕ ਕਦਮ ਪਿਛਾਂਹ ਹਟ ਕੇ ਦੁਸ਼ਮਣ ਦਾ ਵਾਰ ਰੋਕਦੇ ਹਨ। ਦੋਹਰਾ ਸੈਦ ਬੀਜ ਗਏ ਸ਼ਸਤਰ ਕੋ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਿਹੜਾ ਸਿੱਖ ਹੋਇਆ ਸੈਦ ਬੇਗ ਉਮਰਾਓ ਸੀ, ਉਹ ਆਪਣੇ ਹੱਥ ਵਿੱਚ ਸ਼ਸਤਰ ਫੜ ਕੇ ਅਗਾਂਹ ਵਧਿਆ ਹੈ, ਵਧਿਓ ਅਗਰ ਰਣ ਮਾਹੀ। ਵੱਧ ਗਿਆ ਹੈ ਅਗਾਂਹ ਨੂੰ ਮੈਦਾਨੇ ਜੰਗ ਵਿੱਚ। ਹਰੀ ਚੰਦ ਬਿਰਪਤੀ ਕੋ। ਹਰੀ ਚੰਦ ਜਿਹੜਾ ਪਹਾੜੀ ਰਾਜਾ ਸੀ, ਉਸ ਨੂੰ ਮੀਆਂ ਸੰਗਿਆ ਜਾਈ। ਜਿਹਦੀ ਸੰਗਿਆ ਮੀਆਂ ਸੀ, ਕਿਉਂਕਿ ਬਾਦਸ਼ਾਹ ਇਹਨਾਂ ਰਾਜਿਆਂ ਨੂੰ ਜਿਹੜੇ ਉਹਦੀ ਅਧੀਨਗੀ ਕਬੂਲਦੇ ਸਨ, ਉਹਨਾਂ ਨੂੰ ਕੋਈ ਨਾ ਕੋਈ ਲਕਬ, ਕੋਈ ਨਾ ਕੋਈ ਰੁਤਬਾ, ਕੋਈ ਨਾ ਕੋਈ ਸੰਗਿਆ ਦਿੰਦਾ ਸੀ। ਕਿਸੇ ਨੂੰ ਰਾਜਾ ਕਿਹਾ ਜਾਂਦਾ ਸੀ, ਕਿਸੇ ਨੂੰ ਰਾਣਾ, ਕਿਸੇ ਨੂੰ ਰਾਏ, ਕਿਸੇ ਨੂੰ ਮੀਆਂ। ਇਹਦੀ ਜਿਹੜਾ ਹਰੀ ਚੰਦ ਪਹਾੜੀ ਰਾਜਾ, ਇਹਦੀ ਸੰਗਿਆ ਮੀਆਂ ਸੀ। ਜਿਵੇਂ ਅੰਗਰੇਜ਼ ਜਿਹੜੇ ਉਹਨਾਂ ਦੀ ਭਾਵ ਭਗਤੀ ਕਰਦੇ ਸਨ, ਅੰਗਰੇਜ਼ਾਂ ਦਾ ਪੱਖ ਪੂਰਨ ਵਾਲੇ ਲੋਕ ਸਨ, ਉਹਨਾਂ ਨੂੰ ਉਹ ਜ਼ੈਲਦਾਰੀਆਂ ਦੇ ਦਿੰਦੇ ਸਨ, ਉਹ ਜ਼ੈਲਦਾਰ ਕਹਾਉਂਦੇ ਸਨ। ਸੋ ਇਸੇ ਪ੍ਰਕਾਰ ਜਿਹੜੇ ਪਹਾੜੀ ਰਾਜੇ ਮੁਗਲ ਬਾਦਸ਼ਾਹ ਦੀ ਅਧੀਨਗੀ ਕਬੂਲ ਕਰਦੇ ਸਨ, ਉਹਨਾਂ ਨੂੰ ਇਹਨੇ ਵੱਖਰੇ ਵੱਖਰੇ ਲਕਬ ਦਿੱਤੇ ਸਨ। ਇਹਨਾਂ ਵਿੱਚੋਂ ਹਰੀ ਚੰਦ ਜੀ ਦੀ ਸੰਗਿਆ ਮੀਆਂ ਹੈ। ਹੁਣ ਦੋਵੇਂ ਪਾਸਿਆਂ ਦੇ ਸੂਰਮੇ ਜਿਹੜੇ ਬੜੇ ਪਟੇਬਾਜ਼ ਆ, ਬੜੇ ਸ਼ਸਤਰ ਵਿਦਿਆ ਦੇ ਧਨੀ ਹੈ। ਰਾਜਾ ਹਰੀ ਚੰਦ ਵੀ ਤੇ ਇਧਰ ਜਿਹੜਾ ਸੈਦ ਬੇਗ ਹੈ, ਗੁਰੂ ਕਾ ਯੋਧਾ ਸੂਰਮਾ, ਇਹ ਦੋਨੇ ਵੱਡੇ ਯੋਧੇ ਹਨ ਮੈਦਾਨੇ ਜੰਗ ਦੇ। ਦੋਵਾਂ ਵਿੱਚ ਭੇੜ ਹੋ ਗਿਆ ਆਮੋ ਸਾਹਮਣੇ, ਤੇ ਦੋਵਾਂ ਦੇ ਹਿਰਦੇ ਵਿੱਚ ਬੜਾ ਕ੍ਰੋਧ ਹੈ, ਬੜਾ ਵੀਰ ਰਸ ਹੈ ਸੂਰਮਿਆਂ ਦੇ। ਦੋਵੇਂ ਸੂਰਮਿਆਂ ਨੇ ਦੋਵੇਂ ਪਾਸੇ ਹੱਥ ਵਿੱਚ ਕਿਰਪਾਨ ਢਾਲੇ ਇਤਿਆਦਿਕ ਧਾਰਨ ਕੀਤੇ ਹਨ। ਅਨੇਕਾਂ ਭਾਂਤ ਕਰਕੇ ਅਨੇਕਾਂ ਤਰੀਕਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਵਿਸਥਾਰ ਪੂਰਵਕ ਘਾਤ ਲਾਉਂਦੇ ਹਨ, ਵਾਰ ਕਰਦੇ ਹਨ। ਹਾਂ, ਕਦੇ ਅੱਗੇ, ਕਦੇ ਪਿੱਛੇ, ਕਦੇ ਖੱਬੇ, ਕਦੇ ਸੱਜੇ ਵਾਰ ਕਰਦੇ ਹਨ। ਹਾਂ, ਇਸ ਪ੍ਰਕਾਰ ਕਹਿੰਦੇ ਬੜੇ ਦਾ ਲਾਉਣ ਵਾਸਤੇ ਲੱਗੇ ਹਨ, ਇੱਕ ਦੂਜੇ ਉੱਤੇ ਵਾਰ ਕਰਨ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਹੋਰ ਜਿਹੜੇ ਉਸ ਵੇਲੇ ਹਾਜ਼ਰੀਨ ਹਨ, ਸਾਰੇ ਇਹ ਬੜਾ ਅਚਰਜ ਕੌਤਕ ਦੇਖ ਰਹੇ ਹਨ। ਦੋਵੇਂ ਹੀ ਸੂਰਮੇ, ਹਰੀ ਚੰਦ ਵੀ ਤੇ ਇਧਰ ਸੈਦਾ ਬੇਗ ਵੀ, ਦੋਨੇ ਹੀ ਜੈ ਚਾਹੁੰਦੇ ਆ, ਜਿੱਤ ਪ੍ਰਾਪਤ ਕਰਨੇ ਚਾਹੁੰਦੇ ਆ, ਇੱਕ ਦੂਜੇ ਨੂੰ ਖਤਮ ਕਰਕੇ। ਇੱਕ ਸੂਰਮਾ ਪ੍ਰਹਾਰ ਕਰਦਾ, ਵਾਰ ਕਰਦਾ, ਤੇ ਦੂਜਾ ਵਾਰ ਨੂੰ ਬਚਾ ਲੈਂਦਾ ਹੈ। ਹਾਂ, ਅੱਗੇ ਕਰਕੇ ਕਿਰਪਾਨ ਨੂੰ ਤੇ ਢਾਲ ਨੂੰ ਅੱਗੇ ਕਰਕੇ ਵਾਰ ਨੂੰ ਬਚਾਉਂਦੇ ਆ, ਅੱਗੇ ਕਰਕੇ ਕਿਰਪਾਨ ਦਾ ਵਾਰ ਕਰਦੇ ਹਨ। ਅਨੇਕਾਂ ਦਾ ਮਾਰ ਮਾਰ ਕੇ ਬਹੁਤ ਭਿਅੰਕਰ ਯੁੱਧ ਮਚਾਇਆ ਹੋਇਆ ਹੈ।
ਦੋਵਾਂ ਚੋਂ ਕਿਸੇ ਵੀ ਸੂਰਮੇ ਦਾ ਅੰਗ ਨਹੀਂ ਕੱਟਿਆ ਗਿਆ, ਕੋਈ ਨਹਿ ਥਾਂ ਛੁਟਾਇਓ, ਨਾ ਹੀ ਕਿਸੇ ਨੇ ਇੱਕ ਦੂਜੇ ਤੋਂ ਉਹਦਾ ਥਾਂ ਛੁਡਾ ਪਾਇਆ। ਦੋਨੇ ਐਨ ਸਨਮੁਖ ਭੇੜ ਹੋ ਰਿਹਾ ਦੋਵੇਂ ਸੂਰਮਿਆਂ ਦਾ। ਸੈਦ ਬੇਗ ਤਬ ਖੜਗ ਪ੍ਰਹਾਰਾ। ਉਸ ਵੇਲੇ ਕਹਿੰਦੇ ਸੈਦ ਬੇਗ ਨੇ ਫਿਰ ਅਚਾਨਕ ਇੱਕ ਐਸਾ ਕਿਰਪਾਨ ਦਾ ਖੰਡੇ ਦਾ ਵਾਰ ਕੀਤਾ। ਹਰੀ ਚੰਦ ਗੈਸ ਪਰ ਸਹਾਰਾ। ਹਰੀ ਚੰਦ ਨੇ ਅੱਗੇ ਢਾਲ ਨੂੰ ਕਰ ਦਿੱਤਾ ਤੇ ਉਹ ਵਾਰ ਸਹਾਰ ਲਿਆ, ਰੋਕ ਲਿਆ। ਘਾਵ ਬਚਾਏ ਸੋ ਆਪ ਚਲਾਇਓ। ਉਹਨੇ ਘਾਹ ਬਚਾ ਕੇ ਵੀ ਮੇਰੇ ਸਰੀਰ ਤੇ ਕੋਈ ਘਾਉ ਨਾ ਜ਼ਖਮ ਨਾ ਹੋ ਜੇ, ਵਾਰ ਨੂੰ ਬਚਾ ਕੇ ਅੱਗੋਂ ਆਪ ਤਲਵਾਰ ਚਲਾਈ। ਸੈਦ ਬੇਗ ਨੇ ਅੰਗ ਬਚਾਇਓ। ਇਧਰ ਸੈਦ ਬੇਗ ਨੇ ਉਹ ਜਿਹੜਾ ਵਾਰ ਸੀ ਹਰੀ ਚੰਦ ਦਾ ਰੋਕ ਲਿਆ ਤੇ ਆਪਣੇ ਅੰਗਾਂ ਦਾ ਬਚਾਅ ਕੀਤਾ। ਹਰੀ ਚੰਦ ਕਹਿ ਹਨਿਉ ਕਿਰਪਾਨਾ। ਹਰੀ ਚੰਦ ਦੇ ਵੱਲ ਫੇਰ ਸੈਦ ਬੇਗ ਨੇ, ਜਰਨੈਲ ਨੇ, ਜਿਹੜਾ ਸਤਿਗੁਰੂ ਜੀ ਦਾ ਯੋਧਾ ਹੈ, ਉਹਦੇ ਉੱਤੇ ਕਿਰਪਾਨ ਦਾ ਵਾਰ ਕੀਤਾ। ਕਟਿਓ ਅੰਗ ਕਰ ਪ੍ਰਨ ਨਹਾਨਾ। ਜਦੋਂ ਐਸਾ ਵਾਰ ਸੈਦ ਬੇਗ ਨੇ ਕੀਤਾ, ਜਿਹੜਾ ਅੱਗੇ ਰਾਜਾ ਸੀ ਨਾ ਇਹ ਹਰੀ ਚੰਦ ਮੀਆਂ, ਇਹਦੇ ਸਰੀਰ ਨੂੰ ਜਿਵੇਂ ਆਪਣੇ ਗਾਤਰਾ ਪਾਇਆ ਹੁੰਦਾ ਨਾ, ਇਸ ਤਰ੍ਹਾਂ ਟੇਢਾ ਵਾਰ ਕਰਕੇ ਉਹਨੇ ਕੱਟ ਕੇ ਸੁੱਟ ਦਿੱਤਾ। ਇਹ ਲੜਾਈ ਮੈਂ ਜਗ ਮਾਰਿਓ। ਜਦੋਂ ਦੇਖਿਆ ਕਿ ਲੜਾਈ ਦੇ ਵਿੱਚ ਇਹ ਜਿਹੜਾ ਸੂਰਮਾ ਹੈ ਹਰੀ ਚੰਦ ਰਾਜਾ, ਪਹਾੜੀ ਰਾਜਾ ਮਾਰਿਆ ਗਿਆ। ਦੀਨ ਬੇਗ ਤਬ ਆਨ ਵੰਗਾਰਿਓ। ਉਸ ਵੇਲੇ ਇਹਨਾਂ ਤੁਰਕਾਂ ਦੀਆਂ ਫੌਜਾਂ ਵਿੱਚੋਂ ਇੱਕ ਦੀਨ ਬੇਗ, ਅਦੀਨਾ ਬੇਗ ਨੇ ਆ ਕੇ ਇਹ ਭਾਈ ਸੈਦਾ ਬੇਗ ਨੂੰ ਵੰਗਾਰਿਆ। ਵੀਰਤ ਸੈਫ ਆਨ ਕਰ ਭਿਓ। ਇਹ ਫੇਰਦਾ ਹੋਇਆ ਸੈਫ ਘਮਾਉਂਦਾ ਹੋਇਆ, ਇਹ ਵੱਖਰੇ ਵੱਖਰੇ ਸ਼ਸਤਰਾਂ ਦੇ ਨਾਮ ਹੈ। ਜਿਹੜੀ ਕਿਰਪਾਨ ਬਿਲਕੁਲ ਸਿੱਧੀ ਹੁੰਦੀ ਹੈ ਨਾ, ਉਹਨੂੰ ਸੈਫ ਕਿਹਾ ਜਾਂਦਾ। ਉਹ ਸਿੱਧੀ ਕਿਰਪਾਨ ਸੈਫ ਨੂੰ ਘਮਾਉਂਦਾ ਹੋਇਆ ਆ ਗਿਆ। ਸੈਦ ਬੇਗ ਸੋ ਸਨਮੁਖ ਹਰਿਓ। ਸੈਦ ਬੇਗ ਦੇ ਨਾਲ ਸਾਹਮਣੇ ਆ ਕੇ ਅੜ ਗਿਆ, ਭਿੜਨ ਲੱਗ ਪਿਆ। ਹੋਏ ਕਟੀ ਲਗ ਕੀਨ ਸੰਗਰਾਮਾ। 2 ਘੜੀਆਂ ਤੱਕ ਬਹੁਤ ਦੋਵੇਂ ਯੋਧਿਆਂ ਦਾ ਆਪਸ ਵਿੱਚ ਸੰਗਰਾਮ, ਭਿਅੰਕਰ ਘਮਾਸਾਨ ਦਾ ਜੰਗ ਮੱਚਿਆ। ਦੀਪਤ ਬੋ ਨਰ ਭਾ ਅਬਿਰਾਮਾ। ਬਹੁਤ ਸਾਰੇ ਲੋਕ ਦੇਖਦੇ ਹਨ ਕਿ ਇਹ ਜਿਹੜਾ ਅਭਿਰਾਮਾ ਬੜਾ ਸੁੰਦਰ ਦ੍ਰਿਸ਼ ਹੈ। ਦੀਨ ਬੇਗ ਤਬ ਸੈਫ ਚਲਾਈ। ਉਸ ਵੇਲੇ ਦੀਨ ਬੇਗ ਨੇ ਆਪਣੀ ਸੈਫ ਚਲਾਈ, ਇੱਕ ਐਸਾ ਵਾਰ ਕੀਤਾ ਸਿੱਧੀ ਕਿਰਪਾਨ ਦੇ ਨਾਲ। ਸੈਦ ਬੇਗ ਕੇ ਅੰਗ ਲਗਾਈ। ਸੈਦ ਬੇਗ ਦੇ ਅੰਗਾਂ ਨੂੰ ਲੱਗ ਗਈ, ਸੈਦ ਬੇਗ ਦੇ ਸਰੀਰ ਨੂੰ ਲੱਗ ਗਿਆ ਵਾਰ। ਗਿਰਿਓ ਜੁਦ ਮੈਂ ਗੁਰ ਸਿਮਰਤ। ਜਿਹੜਾ ਸੈਦ ਬੇਗ ਸੀ ਵਾਹਿਗੁਰੂ 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 ਸਿਮਰਦਾ ਮੈਦਾਨੇ ਜੰਗ ਵਿੱਚ ਡਿੱਗ ਪਿਆ। ਸ੍ਰੀ ਪ੍ਰਭ ਖੁਸ਼ੀ ਕਰੀ ਚਿਤ ਹਰਕਤ। ਜਦੋਂ ਡਿੱਗਣ ਸਾਰ ਇਹ ਚੜ੍ਹਾਈ ਕਰ ਗਿਆ, ਸ਼ਹੀਦੀ ਪ੍ਰਾਪਤ ਕਰ ਗਿਆ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇਖ ਰਹੇ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਚਿੱਤ ਵਿੱਚ ਬੜੇ ਖੁਸ਼ ਹੋਏ। ਮਹਾਕੰਤੂਹਲ ਸਭ ਨੇ ਹਿਰਿਆ। ਇਹ ਜਿਹੜਾ ਭਿਆਨਕ ਜੰਗ ਸੀ, ਮਹਾਕੰਤੂਹਲ ਸੀ, ਇਹ ਸਾਰਿਆਂ ਨੇ ਦੇਖਿਆ। ਸਰਪੁਰ ਮੈਂ ਚਨ ਕਾਮ ਕੀਨ ਬਸੀਰਾ। ਹਾਂ, ਜਿਹੜਾ ਇਹ ਸੈਦਾ ਬੇਗ ਸੀ ਨਾ, ਇਹਦਾ ਭਿਆਨਕ ਜੰਗ ਸੀ, ਜਿਹੜਾ ਇਹਦਾ ਬਹੁਤ ਭਾਰਾ ਜੰਗ ਸਾਰਿਆਂ ਨੇ ਵੇਖਿਆ। ਚੜ੍ਹਾਈ ਕਰ ਗਿਆ, ਸ਼ਹਾਦਤ ਪ੍ਰਾਪਤ ਕਰਕੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਇਹਨੂੰ ਗੁਰਪੁਰੀ ਦੇ ਵਿੱਚ ਨਿਵਾਸ ਦੇ ਦਿੱਤਾ। ਕਿਰਪਾ ਕਰੀ ਕਲਗੀਧਰ ਜਪੈ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਐਸੀ ਕਿਰਪਾ ਕਰ ਦਿੱਤੀ, ਆਪਣੇ ਲੋਕ ਬਾਸ ਦੀਏ ਤਬੈ। ਉਸ ਵੇਲੇ ਆਪਣੇ ਲੋਕ ਦੇ ਵਿੱਚ ਗੁਰਪੁਰੀ ਦੇ ਵਿੱਚ ਵਾਸਾ ਦੇ ਦਿੱਤਾ। ਅਪਰ ਸਿੰਘ ਬਉਲਤ ਜੁਝਾਰੀ। ਹੋਰ ਬਹੁਤ ਸਾਰੇ ਸਿੰਘ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਲੜ ਰਹੇ ਹਨ। ਹਰੇ ਤੁਰਕ ਜਨ ਗਿਰੇ ਮਨਾਰੀ। ਤੁਰਕਾਂ ਦੇ ਸਰੀਰ ਵੱਡੇ ਵੱਡੀਆਂ, ਉਹਨਾਂ ਦੀਆਂ ਲੋਥਾਂ ਇਉਂ ਡਿੱਗੀਆਂ ਪਈਆਂ ਜਿਵੇਂ ਕਿਸੇ ਭਾਰੀ ਇਮਾਰਤ ਦੇ ਮੁਨਾਰੇ ਡਿੱਗੇ ਹੋਣ। ਅਤੈ ਸ਼ਹੀਦ ਵੀਰ ਰਸ ਮਾਤੀ। ਸੋ ਜਿਹੜੇ ਵੀਰ ਰਸ ਦੇ ਵਿੱਚ ਮਸਤ ਹੋਏ ਜਿਹੜੇ ਸ਼ਹੀਦ ਸਿੰਘ ਹੈ, ਜਿਹੜੀਆਂ ਗੁਪਤ ਫੌਜਾਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ, ਉਹ ਬਹੁਤੇ ਤੁਰਕਾਂ ਨੂੰ ਮਾਰ ਰਹੀਆਂ ਹਨ। ਰੌਣਕ ਗ੍ਰਹਿ ਪ੍ਰਿਥੀ ਰੰਗ ਰਾਤੀ। ਸੋ ਇਸ ਪ੍ਰਕਾਰ ਜਿਹੜੀ ਪ੍ਰਿਥਵੀ ਹੈ ਇਹ ਰੰਗ ਰੱਤੀ ਹੋ ਗਈ, ਲਾਲ ਰੰਗ ਦੀ ਹੋ ਗਈ, ਖੂਨ ਦੇ ਨਾਲ ਖੂਨ ਡਿੱਗ ਡਿੱਗ ਕੇ, ਖੂਨ ਡੁੱਲ ਕੇ। ਇਸ ਪ੍ਰਕਾਰ ਮਾਚਿਓ ਕਸਮਾਨ। ਇਸ ਪ੍ਰਕਾਰ ਮਾਚਿਓ ਕਮਸਾਨ, ਕਮਸਾਨ ਦਾ ਜੰਗ ਮੱਚ ਗਿਆ, ਭਾਰੀ ਜੰਗ ਮੱਚਿਆ ਹੋਇਆ ਹੈ। ਲੋਥ ਪੋਥਨਾ ਭਈ ਮਹਾਨ। ਲੋਥਾਂ ਦੇ ਉੱਤੇ ਲੋਥਾਂ ਚੜ੍ਹ ਗਈਆਂ ਬਹੁਤ ਭਾਰੀ ਮੈਦਾਨੇ ਜੰਗ ਵਿੱਚ। ਬਾਇਸ ਜੰਬਕ ਕੁੰਕ ਕੰਕ ਕਰਾਲੀ। ਬਾਇਸ ਕਾਂ, ਜੰਬੁਕ, ਗਿੱਦੜ ਤੇ ਕੰਕ ਜਿਹੜੀਆਂ ਚਿੱਟੀਆਂ ਇੱਲਾਂ ਹਨ, ਕਰਾਲੇ। ਸੋ ਇਸ ਪ੍ਰਕਾਰ ਇਹਨਾਂ ਨੇ ਕੁਰਲਾਹਟ ਮਚਾਈ ਹੋਈ ਹੈ। ਕੂਕਤ ਆਮਿਕ ਖਾਏ ਵਿਸਾਲੀ। ਇਹ ਕੂਕਾ ਮਾਰਦੇ ਆ ਤੇ ਮੈਦਾਨੇ ਜੰਗ ਵਿੱਚ ਬਹੁਤ ਮਾਸ ਖਾ ਰਹੇ ਹਨ, ਮਾਸਾਹਾਰੀ ਜੀਵ। ਛਾਤੀ ਮੂੰਡ ਫੁਟੈ ਲਗ
ਗੋਲੀਆਂ ਲੱਗ ਕੇ ਯੋਧਿਆਂ ਦੀਆਂ ਛਾਤੀਆਂ ਵਿੰਨ੍ਹੀਆਂ ਜਾ ਰਹੀਆਂ, ਉਹਨਾਂ ਦੇ ਮੁੰਡ ਤੁਰਕੜਿਆਂ ਦੇ ਟੋਟਣ ਫੁੱਟ ਰਹੇ ਹਨ। ਕਰਿਓ ਜੋਰ ਭਾਰੀ ਜਗੋਰੀ। ਦੋਵੇਂ ਪਾਸਿਆਂ ਤੋਂ ਕਹਿੰਦੇ ਜਦੋਂ ਬੜਾ ਭਾਰੀ ਜੰਗ ਮਚਿਆ ਹੋਇਆ, ਦੋਵੇਂ ਪਾਸਿਆਂ ਦਾ ਭਾਰੀ ਜ਼ੋਰ ਲੱਗਾ, ਹਲਾਹਲ ਬੜ ਭਇਓ ਕੁਲਾਹਲ। ਬੜਾ ਹੱਲਾ ਗੁੱਲਾ ਮਚਿਆ ਹੋਇਆ, ਬੜਾ ਕੁਲਾਹਲ ਕੁਰਲਾਟ ਮਚੀ ਹੋਈ ਹੈ। ਰੰਗ ਵੀਰ ਰੰਗ ਚਲਾਹਲ। ਹਾਂ, ਜਿਹੜੇ ਵੀਰ ਯੋਧੇ ਆ ਰਣ ਦੇ ਰੰਗ ਦੇ ਵਿੱਚ, ਜੰਗ ਦੇ ਲੜਨ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਰੱਤੇ ਹੋਏ ਹਨ। ਪਾਛੇ ਪਾਉ ਨਹੀਂ ਕਿਰਡਾਰੀ। ਕਿਸੇ ਵੀ ਸੂਰਮੇ ਨੇ ਪਿਛਾਂਹ ਨੂੰ ਪੈਰ ਨਹੀਂ ਰੱਖਿਆ। ਲੜਦੇ ਆਸ ਵਿਖੇ ਪ੍ਰਚਾਰੀ। ਆਪਸ ਦੇ ਵਿੱਚ ਬੜਾ ਇਹ ਪ੍ਰਚਾਰਦੇ ਹੋਏ, ਆਪਸ ਦੇ ਵਿੱਚ ਇੱਕ ਦੂਜੇ ਨੂੰ ਵੰਗਾਰਦੇ ਹੋਏ ਲੜ ਰਹੇ ਹਨ। ਕਹਾਂ ਸਿੰਘ ਦਲ ਪੰਚ ਸਹਿ ਹੁਆ। ਕਿੱਥੇ ਇਹ 500 ਸਿੰਘਾਂ ਦਾ ਦਲ ਸੀ, ਕਹਾਂ ਸ਼ਤਰੂ ਲਾਗੋਂ ਕੱਢ ਭੱਜ ਜੂਆ। ਤੇ ਕਿੱਧਰ ਉਧਰ ਦੇਖੋ ਵੀ ਜਿਹੜੇ ਬੈਰੀ ਹੈ, ਦੁਸ਼ਮਣ ਹੈ, ਉਹ 1.25 ਲੱਖ ਤੋਂ ਵੀ ਕਿਤੇ ਬਹੁਤੀ ਜ਼ਿਆਦਾ ਉਹਨਾਂ ਦੀ ਗਿਣਤੀ ਹੈ। ਵਿਚਰੈ ਵੀਰ ਕੇ ਕਾਨ ਕੁਦਾਵੇਂ। ਵੀਰ ਜਿਹੜੇ ਸੂਰਮੇ ਯੋਧੇ ਆ ਮੈਦਾਨੇ ਜੰਗ ਵਿੱਚ ਵਿਚਰਦੇ ਆ, ਕਿਕਾਨ ਆਪਣੇ ਘੋੜਿਆਂ ਨੂੰ ਕਦਾਉਂਦੇ ਫਿਰਦੇ ਹਨ। ਉਦੈ ਅਗਰ ਤੋਮਰ ਪਰਮਾਵੇਂ। ਅੱਗੇ ਅੱਗੇ ਨੂੰ ਵੱਧ ਕੇ ਸੂਰਮੇ ਜੰਗ ਲੜ ਰਹੇ ਹਨ ਤੇ ਤੋਮਰ ਪ੍ਰਭਾਵ ਹੈ। ਇਸ ਪ੍ਰਕਾਰ ਸੋ ਮੈਦਾਨੇ ਜੰਗ ਦੇ ਵਿੱਚ ਨਾ ਜਿਹੜੇ ਇਹ ਯੋਧੇ ਸੂਰਮੇ ਹੈ, ਸੋ ਅੱਗੇ ਹੋ ਕੇ ਬਹੁਤ ਚੜ੍ਹਦੀ ਕਲਾ ਦੇ ਨਾਲ ਲੜਾਈ ਕਰ ਰਹੇ ਹਨ। ਜਿਸਨੇ ਤੁਰਕ ਮਾਰ ਜਬ ਭਰੀ। ਇੱਧਰ ਜਦੋਂ ਤੁਰਕਾਂ ਦੇ ਉੱਤੇ ਬਹੁਤੀ ਮਾਰ ਪੈ ਰਹੀ ਹੈ, ਇਹ ਸੋਚਦੇ ਹੈ ਵੀ ਹੈ ਤਾਂ 500 ਸਿੱਖ ਸੀ, ਵੀ ਸਾਡੇ ਇੰਨੇ ਪਠਾਨ ਇਹਨਾਂ ਨੇ ਇੰਨੇ ਤੁਰਕ ਕਿਵੇਂ ਮਾਰ ਦਿੱਤੇ। ਬੜੇ ਅਚਰਜ ਹੋ ਗਏ ਜਦੋਂ ਇਹਨਾਂ ਨੂੰ ਬਹੁਤੀ ਮਾਰ ਪਈ। ਅੰਧ ਧੁੰਦ ਉੱਡ ਰਜ ਨਭ ਭਰੀ। ਬਹੁਤ ਸਾਰੀ ਧੂੜ ਉੱਡ ਉੱਡ ਕੇ ਘੋੜਿਆਂ ਦੇ ਪੌੜਾਂ ਦੇ ਨਾਲ, ਸੂਰਮਿਆਂ ਦੇ ਪੈਰਾਂ ਦੇ ਨਾਲ ਉੱਡ ਉੱਡ ਕੇ ਨਾ ਆਕਾਸ਼ ਤੱਕ ਜਿਹੜੇ ਇਹ ਧੂੜ ਦੇ ਨਾਲ ਭਰ ਗਿਆ ਹੈ। ਸਤਿਗੁਰ ਬੈਠੇ ਕੀਤਕ ਕਾਲ। ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਸਮਾਂ ਇਸ ਪ੍ਰਕਾਰ ਬੈਠੇ ਹਨ। ਮਾਰਨ ਮਰਨੋ ਮਚਿਓ ਕਰਾਲ। ਮੈਦਾਨੇ ਜੰਗ ਵਿੱਚ ਮਰਨ ਮਾਰਨ ਦਾ ਜਿਹੜਾ ਕੁਰਲਾਹਟ ਮਚਿਆ ਹੋਇਆ ਹੈ। ਜੁਗ ਕੀਤ ਧੁਦਨ ਤੇ ਛਾਇਓ। ਮੈਦਾਨੇ ਜੰਗ ਦੇ ਵਿੱਚ ਯੋਧਿਆਂ ਦੇ ਨਾਲ ਬਹੁਤ ਭਾਰੀ ਯੁੱਧ ਮਚਿਆ ਹੋਇਆ ਹੈ। ਮਹਾਸਾਰ ਸੋ ਸਾਰ ਬੁਝਾਇਓ। ਮੈਦਾਨੇ ਜੰਗ ਵਿੱਚ ਸਾਰ ਦੇ ਨਾਲ ਮਹਾਸਾਰ, ਬਹੁਤ ਮਹਾਨ ਲੋਹੇ ਨਾਲ ਲੋਹਾ ਖੜਕ ਰਿਹਾ ਹੈ। ਦੋਹਰਾ ਇਸ ਪ੍ਰਕਾਰ ਰਣ ਮਚ ਰਹਿਓ। ਇਸ ਪ੍ਰਕਾਰ ਭਾਰੀ ਰੰਗ ਜਿਹੜਾ ਜੰਗ ਹੈ ਉਹ ਰਣ ਮੈਦਾਨ ਦੇ ਵਿੱਚ ਮਚਿਆ ਹੋਇਆ ਹੈ। ਮੇਮੂ ਖਾਨ ਪਠਾਨ। ਇਧਰ ਮੇਮੂ ਖਾਨ ਪਠਾਨ ਜਿਹੜਾ ਇਹ ਵੀ ਬੜਾ ਨਿਰਭੈ ਹੋਇਆ ਹੈ। ਕਰਤ ਸਿਮਰਤਾ ਫਿਰਤ ਹੈ। ਇਹ ਵੀ ਬੜੀ ਜਲਦੀ ਦੇ ਨਾਲ ਫਿਰਦਾ ਹੈ। ਖਾਨ ਬਾਣ ਕਮਾਨ। ਹਾਂ, ਆਪਣੀ ਕਮਾਨ ਨੂੰ ਤਾਣ ਕੇ ਨਾ ਉਹਦੇ ਵਿੱਚੋਂ ਬਾਣ ਤੀਰ ਚਲਾ ਰਿਹਾ ਹੈ। ਚੌਪਈ ਹੈ ਕੁਦਾਏ ਚਪਲਾਏ ਪ੍ਰਹਾਰੇ। ਆਪਣੇ ਘੋੜੇ ਨੂੰ ਕਦਾਉਂਦਾ ਹੈ, ਨਚਾਉਂਦਾ ਹੈ, ਬੜਾ ਉਹਨੂੰ ਚੰਚਲ ਕਰਦਾ ਹੈ ਤੇ ਇਸ ਪ੍ਰਕਾਰ ਤੀਰਾਂ ਦੇ ਵਾਰ ਕਰ ਰਿਹਾ ਹੈ। ਇੱਧਰ ਉੱਧਰ ਵਿਚਰ ਕੇ ਦੁਸ਼ਮਣਾਂ ਦਾ ਸੰਘਾਰ ਕਰ ਰਿਹਾ, ਮਾਰ ਰਿਹਾ ਵੈਰੀਆਂ ਨੂੰ। ਬਹੁਤ ਬਹਾਦਰੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਿਖਾ ਰਿਹਾ ਹੈ। ਦੁਸ਼ਮਣਾਂ ਨੂੰ ਮਾਰ ਰਿਹਾ ਤੇ ਆਪਣੇ ਆਪੇ ਦਾ ਬਚਾਅ ਕਰ ਰਿਹਾ ਹੈ। ਇੱਧਰ ਜਿਹੜਾ ਸੈਦ ਖਾਨ ਹੈ, ਜਿਹਦੇ ਕੋਲੇ ਸਾਰੀ 1.25 ਲੱਖ ਫੌਜ ਦੀ ਸਰਦਾਰੀ ਕਹੀਏ, ਜ਼ਿੰਮੇਵਾਰੀ ਸੀ, ਕਮਾਂਡ ਸੀ, ਫੌਜਦਾਰ ਸੀ, ਸੈਨਾਪਤੀ ਸੀ 1.25 ਲੱਖ ਫੌਜ ਦਾ। ਤੇ ਸਾਰੀ ਸੈਨਾ ਜਿਹੜੀ ਸਾਰੀ ਫੌਜ ਜਿਹਦੇ ਅਨੁਸਾਰੀ ਸੀ, ਹੁਕਮ ਵਿੱਚ ਸੀ। ਹੁਣ ਉਸ ਸੈਦ ਖਾਨ ਦੇ ਬਹੁਤ ਵੱਡੇ ਭਾਗ ਜਾਗੇ ਹਨ। ਇਹਦੇ ਹਿਰਦੇ ਵਿੱਚ ਨਾ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ। ਆਇਆ ਤਾਂ ਜੰਗ ਲੜਨ ਸੀ ਸਤਿਗੁਰੂ ਜੀ ਦੇ ਨਾਲ, ਮਰਨ ਮਾਰਨ ਵਾਸਤੇ ਆਇਆ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੋਈ ਐਸੀ ਕਲਾ ਵਰਤਾਈ, ਇਹ ਜਿਹੜਾ ਸੈਦ ਖਾਨ ਸੀ ਨਾ, ਇਹਦੇ ਕੋਈ ਪੂਰਬਲਾ ਭਾਗ ਜਾਗਿਆ, ਸਤਿਗੁਰੂ ਜੀ ਪ੍ਰਤੀ ਪ੍ਰੇਮ ਪੈਦਾ ਹੋ ਗਿਆ ਇਸ ਨੂੰ। ਕਿਉਂਕਿ ਪਹਿਲਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਜਸ ਮਹਿਮਾ ਸਤਿਗੁਰੂ ਦੀ ਵਡਿਆਈ ਸੁਣਦਾ ਰਿਹਾ ਸੀ, ਪਰ ਕਦੇ ਬਲੋਚਨ ਦੇ ਨਾਲ ਆਪਣੀਆਂ ਦੋਵੇਂ ਅੱਖਾਂ ਨਾਲ ਸਤਿਗੁਰੂ ਦੇ ਦਰਸ਼ਨ ਨਹੀਂ ਸਨ ਕੀਤੇ। ਹਾਂ, ਇਹ ਜਾਣਦਾ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਬੜੇ ਗੁਣੀ ਹਨ, ਬੜੇ ਗੁਣਵਾਨ ਹਨ, ਔਰ ਬਾਣੀ ਕਰਕੇ, ਬਚਨਾਂ ਕਰਕੇ ਬੜੇ ਉਦਾਰ ਹਨ, ਨੀਤੀ ਕਰਕੇ ਬੜੇ ਚਤੁਰ ਹਨ,
ਔਰ ਤਨ ਰੂਰੇ ਬੜਾ ਸੁੰਦਰ ਸਰੀਰ ਹੈ ਸਤਿਗੁਰੂ ਜੀ ਦਾ। ਇਤਿਹਾਸਕ ਗੁਣ ਗਣ ਕਰ ਕਰ ਪੂਰੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਾਣਦਾ ਸੀ ਕਿ ਸਤਿਗੁਰੂ ਜੀ ਸਾਰੇ ਗੁਣਾਂ ਦੇ ਪੂਰੇ ਹਨ। ਜਨ ਜਗ ਕੀ ਸੁੰਦਰਤਾ ਜੋਰੀ। ਇਉਂ ਸਮਝ ਲਓ ਵੀ ਜਿਵੇਂ ਸਾਰੇ ਸੰਸਾਰ ਦੀ ਸੁੰਦਰਤਾ ਨੂੰ ਜੋੜ ਕੇ ਵਿਵਿਧ ਵਿਦਨ ਕੀ ਵਿਦੈ ਬਟੋਰੀ। ਵਿਵਿਧ ਵਿਦਨ ਕੀ, ਜਿਹੜਾ ਵਿਦਨ ਵਿਦ ਹੈ, ਵਿਧਾਤਾ ਹੈ ਬ੍ਰਹਮਾ, ਜਿਵੇਂ ਉਹਨੇ ਬਹੁਤ ਵਿਧੀਆਂ ਦੇ ਨਾਲ, ਬਹੁਤ ਤਰੀਕਿਆਂ ਦੇ ਨਾਲ ਨਾ ਕਹਿੰਦੇ ਇਹ ਕੋਈ ਵਿਧੀ ਬਣਾ ਕੇ ਨਾ ਸਾਰੀ ਸੁੰਦਰਤਾ ਇਕੱਠੀ ਕੀਤੀ ਹੈ ਸੰਸਾਰ ਭਰ ਦੀ। ਸੁਮਤ ਵਿਚਾਰ ਚਾਰ ਚਤੁਰਾਈ। ਤੇ ਜਿਵੇਂ ਬੜੀ ਸੁਮਤ ਚੰਗੀ ਮਤ ਦੇ ਨਾਲ ਵਿਚਾਰ ਕੇ, ਬੜੀ ਚਾਰ ਚਤੁਰਾਈ, ਬਹੁਤ ਚੁਸਤ ਚਲਾਕੀ ਦੇ ਨਾਲ ਮੂਰਤ ਵਰ ਕੀ ਏਕ ਬਨਾਈ। ਸਾਰੇ ਜਹਾਨ ਵਿੱਚ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕੋ ਹੀ ਗੁਰੂ ਦੀ ਮੂਰਤੀ ਬਣਾਈ ਹੈ। ਮਨੋਤ ਕਾਮ ਨਿਜ ਅਪਨਾਈ। ਇਉਂ ਮੰਨੋ ਵੀ ਇਹਨੇ ਆਪਣੀ ਜਿਹੜੀ ਨਿਪੁੰਨਤਾ ਦਿਖਾਈ ਹੈ, ਆਪਣੀ ਕਲਾ ਦਿਖਾਈ ਹੈ, ਆਪਣਾ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਕੋਈ ਕਲਾ ਦਿਖਾਉਂਦਾ, ਆਪਾਂ ਉਹਨੂੰ ਕਹਿੰਦੇ ਆ ਵੀ ਇਹਦੇ ਵਿੱਚ ਤੂੰ ਆਪਣਾ ਪੂਰਾ ਤਾਣ ਲਾ ਦੇ, ਪੂਰੇ ਐਫਰਟ ਲਾ ਦੇ, ਇਹਨੂੰ ਵਧੀਆ ਤੋਂ ਵਧੀਆ ਬਣਾਉਣਾ। ਤੇ ਅਗਾਂਹ ਜਿਹੜਾ ਕੋਈ ਵਸਤੂ ਬਣਾਉਣ ਵਾਲਾ ਉਹ ਕਹਿੰਦਾ ਜੀ ਮੈਂ ਆਪਣਾ ਪੂਰਾ ਐਫਰਟ ਲਾਤਾ, ਮੈਂ ਆਪਣਾ ਬੈਸਟ ਦਿੱਤਾ ਇਹਦੇ ਵਿੱਚ, ਆਪਣੀ ਪੂਰੀ ਨਿਪੁੰਨਤਾ ਜਿਵੇਂ ਕਹਿੰਦੇ ਬ੍ਰਹਮਾ ਨੇ ਦਿਖਾਈ ਹੋਵੇ ਨਾ ਸੁੰਦਰਤਾ ਬਣਾਉਣ ਲਈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਰੀਰ ਹੈ। ਗੁਰ ਤਨ ਰਚ ਤਸਵੀਰ ਤਪਾਈ। ਗੁਰੂ ਦਾ ਐਸਾ ਸੁੰਦਰ ਤਨ ਰਚ ਕੇ ਕਹਿੰਦੇ ਬ੍ਰਹਮੇ ਨੇ ਵੀ ਕੀਰਤੀ ਪਾਈ ਹੈ, ਸ਼ੋਭਾ ਪਾ ਲਈ। ਪਦਮ ਪਤਰ ਆਕ੍ਰਿਤ ਵਿੱਚ ਡੋਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨੇਤਰ ਹਨ ਨਾ, ਨੇਤਰਾਂ ਦੇ ਵਿੱਚ ਜਿਹੜੇ ਡੋਰੇ ਹੈ, ਬੜੇ ਮੋٹے ਮੋٹے ਡੋਰੇ, ਇਹ ਇਉਂ ਆ ਜਿਵੇਂ ਕਮਲ ਪੱਤਿਆਂ ਦੇ ਵਿੱਚ ਫੁੱਲ ਹੁੰਦਾ ਹੈ। ਖੰਜਨ ਮਨ ਰੰਜਨ ਚਿਤ ਚੋਰੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜੇ ਨੇਤਰ ਆ ਨਾ, ਇਹ ਖੰਜਨ ਮਨੋਰੰਜਨ ਚਿੱਤ ਚੋਰੀ, ਚਿੱਤ ਨੂੰ ਚਰਾਉਣ ਵਾਲੇ ਆ। ਜਿਵੇਂ ਮਮੋਲਾ ਨਹੀਂ ਛੋਟੀ ਜਿਹੀ ਚਿੜੀ ਹੁੰਦੀ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਜਿਹੜੀ ਉਹ ਮਮੋਲੇ ਵਰਗੀ ਚੰਚਲ ਹੈ। ਭਲੇ ਬਨਾਈ। ਦੋਵੇਂ ਨੇਤਰ ਸਤਿਗੁਰੂ ਜੀ ਦੇ ਬਹੁਤ ਚੰਗੇ ਸੋਹਣੇ ਹਨ। ਦੀਨ ਪਲਕ ਆਦਿਕ ਗੁਣ ਪਾਏ। ਜਿਵੇਂ ਕਹਿੰਦੇ ਮੱਛੀ ਦੇ ਵਿੱਚ ਬਹੁਤ ਚੰਚਲਤਾਈ ਤੇ ਤਰਾਰ ਹੁੰਦੀ ਹੈ ਨਾ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਵਿੱਚ ਇਹ ਗੁਣ ਹੈ। ਸੁਖ ਮੰਡਲ ਕਿਆ ਬਪਰਾ ਚੰਦ। ਹਾਂ, ਸੁਖ ਮੰਡਲ ਜਿਹੜਾ ਮੁੱਖ ਮੰਡਲ ਕਿਆ ਬਪੁਰਾ ਚੰਦ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੁੱਖ ਮੰਡਲ ਦੀ, ਸਤਿਗੁਰ ਦੇ ਮੁਖਾਰਬਿੰਦ ਦੀ, ਚਿਹਰੇ ਦੀ ਸ਼ੋਭਾ ਕਹਿੰਦੇ ਐਨੀ ਹੈ ਕਿਆ ਬਪੁਰਾ ਚੰਦ। ਕਹਿੰਦੇ ਚੰਦ ਵੀ ਵਿਚਾਰਾ ਸਤਿਗੁਰੂ ਦੇ ਚਿਹਰੇ ਦੀ ਸ਼ੋਭਾ ਦੇ ਸਾਹਮਣੇ ਕੀ ਹੈ। ਕਿਉਂਕਿ ਚੰਦਰਮਾ ਤਾਂ ਬਹੁਤ ਸਾਰੇ ਦੋਸ਼ਾਂ ਦੇ ਨਾਲ ਮੰਦਾ ਦਿਖਦਾ, ਭੈੜਾ ਦਿਖਦਾ ਹੈ। ਸਦਾ ਪ੍ਰਫੁੱਲਤ ਅੰਕ ਨਾ ਕੋਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਜਿਹੜਾ ਉਹ ਤਾਂ ਹਮੇਸ਼ਾ ਹੀ ਖਿੜਿਆ ਹੋਇਆ, ਪ੍ਰਫੁੱਲਤ ਹੈ, ਔਰ ਅੰਕ ਨਾ ਕੋਈ ਵੀ ਦਾਗ ਨਹੀਂ ਹੈ ਸਤਿਗੁਰੂ ਦੇ ਚਿਹਰੇ ਤੇ। ਕਮਲ ਕਹੋ ਕਿਵੇਂ ਸਮਤਾ ਹੋਈ। ਕਮਲਾਂ ਦੀ ਵੀ ਕਹਿੰਦੇ ਆਖੋ ਵੀ ਕਿਵੇਂ ਬਰਾਬਰਤਾ, ਕਮਲ ਵੀ ਕਿਵੇਂ ਬਰਾਬਰਤਾ ਕਰ ਸਕਦੇ ਹਨ। ਕੌਣ ਕੌਣ ਗੁਣ ਵਰਨੋ ਅਬੈ। ਕਿਹੜੇ ਕਿਹੜੇ ਗੁਣਾਂ ਦਾ ਸਤਿਗੁਰੂ ਦਿਆਂ ਦਾ ਵਰਣਨ ਕਰੀਏ ਹੁਣ। ਸੋ ਜਸ ਕਹਿਤ ਜੋ ਘਰ ਘਰ ਜਬੈ ਸਬੈ। ਸੋ ਸਾਰੇ ਹੀ ਜਿਨ੍ਹਾਂ ਦਾ ਵਡਿਆਈ, ਜਿਨ੍ਹਾਂ ਦਾ ਆਦਰ ਸਤਿਕਾਰ, ਸਤਿਗੁਰਾਂ ਦਾ ਜਸ ਘਰ ਘਰ ਕਹਿੰਦੇ ਹਨ। ਔਰ ਜਿੱਥੇ ਸਤਿਗੁਰੂ ਜੀ ਦੇ ਤਨ ਦੀ ਐਸੀ ਸੁੰਦਰਤਾ ਹੈ, ਉੱਥੇ ਕਰਾਮਾਤ ਦੇ ਵਿੱਚ ਵੀ ਇਹ ਕਾਮਲ ਫਕੀਰ ਹਨ। ਇਹ ਜਗ ਜ਼ਾਹਰ ਬਾਤ ਹੈ। ਔਰ ਸਾਰੀਆਂ ਕਲਾ ਕਰਕੇ ਸਤਿਗੁਰੂ ਜੀ ਸਮਰੱਥਾਵਾਨ ਹਨ। ਔਰ ਸਖ ਠਾਹਰ, ਸਤਿਗੁਰ ਸੱਚੇ ਸੁਖ ਠਾਹਰ ਪਾਠ ਹੈ, ਸੁਖ ਠਾਹਰ, ਸੁੱਖਾਂ ਦੀ ਠਾਹਰ ਹਨ, ਸੁੱਖਾਂ ਦਾ ਖਜ਼ਾਨਾ ਹਨ। ਸੈਦ ਖਾਨ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸਾਰੇ ਗੁਣਾਂ ਨੂੰ ਸੁਣ ਸੁਣ ਕੇ ਚਾਹੁੰਦਾ ਹੈ ਮਨ ਦੇ ਵਿੱਚ ਪ੍ਰੇਮ ਧਾਰਨ ਕਰਕੇ ਕਿ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ। ਪਰ ਕਦੇ ਵੀ ਕੋਈ ਇਸ ਤਰ੍ਹਾਂ ਦਾ ਇਤਫਾਕ ਨਹੀਂ ਬਣਿਆ ਸੀ, ਮੌਕਾ ਹੀ ਨਹੀਂ ਬਣਿਆ ਸੀ ਸਤਿਗੁਰ ਦੇ ਦਰਸ਼ਨ ਕਰਨ ਦਾ। ਜਿਸ ਮੌਕੇ ਤੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਇਹਨੂੰ ਹੋ ਜਾਣ। ਜਦੋਂ ਇਹ ਮੁਹਿੰਮ ਦੇ ਉੱਤੇ ਚੜ੍ਹਿਆ ਸੀ, 1.25 ਲੱਖ ਫੌਜ ਨੂੰ ਲੈ ਕੇ ਦਿੱਲੀ ਤੋਂ ਚੱਲਿਆ ਸੀ,
ਉਸ ਵੇਲੇ ਵੀ ਇਹ ਬੜਾ ਆਨੰਦ ਦੇ ਵਿੱਚ ਹੀ, ਬੜੀ ਖੁਸ਼ੀ ਪ੍ਰਸੰਨਤਾ ਦੇ ਸਹਿਤ ਹੀ ਆਇਆ ਸੀ। ਅਵਸਰਿਓ ਖੁਦਾਈ ਬਣਾਇਓ। ਇਹ ਸੋਚ ਸੀ ਮਨ ਦੇ ਵਿੱਚ ਵੀ ਗੁਰੂ ਦੇ ਦਰਸ਼ਨ ਕਰਨ ਦਾ ਮੌਕਾ ਖੁਦਾ ਨੇ ਇਹ ਬੜਾ ਵਧੀਆ ਬਣਾ ਦਿੱਤਾ ਹੈ। ਦਰਸ਼ਨ ਹੋਏ ਹੈ ਜੰਗ ਬਹਾਨੀ। ਹਾਂ, ਕਹਿੰਦਾ ਜੰਗ ਦੇ ਬਹਾਨੇ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣਗੇ। ਹਿਰਦੇ ਮਨੋਰਥ ਦ੍ਰਿੜ ਰਸਧਾਨੀ। ਇਸ ਪ੍ਰਕਾਰ ਦਾ ਮਨੋਰਥ ਇਹਨੇ ਹਿਰਦੇ ਵਿੱਚ ਪੱਕਾ ਧਾਰਨ ਕੀਤਾ ਹੋਇਆ ਸੀ ਸੰਕਲਪ। ਦਲ ਮੁਕਾਬਲੇ ਦੋਨੋਂ ਭਈ। ਇਧਰ ਦੋਵੇਂ ਦਲਾਂ ਦਾ ਬਹੁਤ ਭਾਰੀ ਮੁਕਾਬਲਾ ਹੋ ਰਿਹਾ ਹੈ, ਵੇਖਣ ਕੀ ਇੱਛਾ ਉਰਲਈ। ਪਰ ਇਹ ਇਸ ਦੇ ਮਨ ਵਿੱਚ ਸਤਿਗੁਰੂ ਦੇ ਦਰਸ਼ਨ ਕਰਨ ਦੀ ਇੱਛਾ ਹੈ। ਦਰਸ਼ਨਾਂ ਦੀ ਇੱਛਾ ਹਿਰਦੇ ਵਿੱਚ ਲੈ ਕੇ ਸੈਦਾ ਖਾਨ ਤੋਕਣ ਤੇ ਚਰਤਾਸ ਧਰੰਤਾ। ਮਨ ਵਿੱਚ ਇੱਛਾ ਤਾਂ ਹੈ, ਪਰ ਬਾਕੀ ਤੁਰਕਾਂ ਤੋਂ ਮਨ ਦੇ ਵਿੱਚ ਤਰਾਸ ਵੀ ਹੈ, ਡਰਦਾ ਵੀ ਹੈ। ਬਿਦਤ ਬਿਨੋ ਇਮ ਨਹੀਂ ਚਾਹੰਤਾ। ਕਹਿੰਦਾ ਇਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ, ਗੁਰੂ ਦਾ ਸ਼ਰਧਾਲੂ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਇਹ ਨਹੀਂ ਚਾਹੁੰਦਾ ਵੀ ਮੈਂ ਇਹਨਾਂ ਦੇ ਸਾਹਮਣੇ ਮਿਲਾਂ, ਇਸ ਪ੍ਰਕਾਰ ਦੀ ਚਾਹਨਾ ਨਹੀਂ ਹੈ। ਸ਼ਸਤਰ ਬੰਦ ਕਰ ਸੰਮੁਖ ਆਵੇ। ਫਿਰ ਮਨ ਵਿੱਚ ਮਨ ਅਰਦਾਸ ਕਰਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜੇਕਰ ਸ਼ਸਤਰ ਧਾਰਨ ਕਰਕੇ ਮੇਰੇ ਬਿਲਕੁਲ ਸਨਮੁਖ ਆ ਜਾਣ, ਪ੍ਰਣਿਤ ਕਰਨ ਦਰਸ ਦਿਖਰਾਵੇਂ। ਹਾਂ, ਮੈਦਾਨੇ ਜੰਗ ਵਿੱਚ ਮੇਰੇ ਨਾਲ ਜੰਗ ਕਰਨ ਦੇ ਹੇਤੀ ਕਹਿੰਦੇ ਆ ਜਾਣ ਤੇ ਮੈਂ ਸਤਿਗੁਰ ਦੇ ਦਰਸ਼ਨ ਕਰ ਲਵਾਂ, ਮੈਨੂੰ ਦਰਸ਼ਨ ਦਿਖਾ ਦੇਣ। ਅੰਤਰ ਜਾਮੀ ਪੀਰਨ ਪੀਰੇ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਦਿਲਾਂ ਦੀਆਂ ਜਾਣਨ ਵਾਲੇ, ਪੀਰਾਂ ਦੇ ਵੀ ਵੱਡੇ ਪੀਰ ਹਨ। ਔਰ ਕੀ ਲਖੈ ਪ੍ਰੇਮ ਕੀ ਧੀਰ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਸੈਦਾ ਖਾਨ ਦੇ ਮਨ ਦੀ ਇੱਛਾ ਜਾਣ ਲਈ, ਪ੍ਰੇਮ ਵਾਲੀ ਭਾਵਨਾ ਜਾਣੀ, ਔ ਅਬ ਤੀਜ ਤਰੰਗ ਪਦਾਵੇ। ਉਸੇ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਠੇ ਤੇ ਬਹੁਤ ਤੇਜ਼ ਘੋੜਾ ਜਿਹੜਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੌੜਾਇਆ। ਕਲਗੀ ਝੂੜਤ ਰੂਪ ਦਿਖਾਵੇ। ਇਹ ਸੈਦਾ ਵੇਗ ਮਨ ਵਿੱਚ ਖਿਆਲ ਕਰ ਰਿਹਾ ਵੀ ਸਤਿਗੁਰੂ ਜੀ ਇਸ ਪ੍ਰਕਾਰ ਮੇਰੇ ਸਾਹਮਣੇ ਆ ਰਹੇ ਹੈ, ਇਸ ਪ੍ਰਕਾਰ ਮੇਰੇ ਸਾਹਮਣੇ ਆ ਜਾਣ। ਮਨ ਹੀ ਮਨ ਅਰਦਾਸਾਂ ਬੇਨਤੀਆਂ ਕਰ ਰਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਉਣ, ਉਹਨਾਂ ਦੀ ਕਲਗੀ ਝੂਲਦੀ ਹੋਈ ਦਿਖੇ, ਮੈਂ ਉਹਨਾਂ ਦੇ ਸੋਹਣੇ ਰੂਪ ਨੂੰ ਤੱਕ ਲਵਾਂ। ਆਤੋਤ ਕੰਠਾ ਲਖ ਜਤ ਮੇਰੀ। ਇਹ ਮੇਰੇ ਜਿਹੜੀ ਹਿਰਦੇ ਦੀ ਬਹੁਤ ਭਾਰੀ ਵੇਦਨਾ ਹੈ, ਬਹੁਤ ਭਾਰੀ ਪ੍ਰਬਲ ਇੱਛਾ, ਇਹਨੂੰ ਦੇਖ ਕੇ ਇੱਕ ਬਾਰ ਇਤ ਪਾਵੇਂ ਫੇਰੀ। ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰ ਦੇਣ, ਇੱਕ ਵਾਰੀ ਇਧਰ ਨੂੰ ਫੇਰੀ ਪਾ ਲੈਣ। ਮਨ ਕੇ ਇਮ ਸੰਕਲਪ ਉਠਾਵੇਂ। ਇਸ ਪ੍ਰਕਾਰ ਮਨ ਦੇ ਵਿੱਚ ਫੁਰਨੇ ਕਰ ਰਿਹਾ ਹੈ, ਵੈਰ ਡਰਤ ਨੇ ਕਛੂ ਅਲਮੈ। ਪਰ ਡਰਦਾ ਹੋਇਆ ਬਾਹਰ ਨਹੀਂ ਕਹਿ ਰਿਹਾ, ਕਿਸੇ ਨੂੰ ਵੀ ਦੱਸ ਨਹੀਂ ਰਿਹਾ ਆਪਣੇ ਮਨ ਦੀ ਭਾਵਨਾ। ਜਾਣੈ ਤੁਰਕ ਤਰਕ ਕੋ ਕਰੇ। ਕਹਿੰਦਾ ਵੀ ਜੇ ਤੁਰਕ ਜਾਣ ਲੈਣਗੇ ਵੀ ਮੈਂ ਗੁਰੂ ਤੇ ਭਾਵਨਾ ਰੱਖਦਾ, ਗੁਰੂ ਦਾ ਸਿੱਖ ਹੈ ਮਨੋ ਮਨੀ, ਤੇ ਜਿਹੜੇ ਤੁਰਕ ਆ ਮੈਨੂੰ ਬੜੀਆਂ ਤਰਕਾਂ ਮਾਰਨਗੇ। ਅਜੋ ਸਬਨ ਮੈਂ ਬਹੁ ਵਿਸਤਰੈ। ਤੇ ਇਸ ਪ੍ਰਕਾਰ ਮੇਰਾ ਬੜਾ ਹਿਆ ਲਵੇਗਾ, ਮੈਨੂੰ ਸ਼ਰਮਸਾਰ ਹੋਣਾ ਪਵੇਗਾ, ਬੜੀ ਨਿੰਦਿਆ ਮੇਰੀ ਸਾਰੇ ਫੈਲੇਗੀ। ਬਾਦਸ਼ਾਹ ਨਵਰੰਗ ਟਿਕ ਕਹੈ। ਤੇ ਇਹ ਜਾ ਕੇ ਬਾਦਸ਼ਾਹ ਨਰੰਗੇ ਦੇ ਕੋਲੇ ਵੀ ਜਾ ਕੇ ਦੱਸ ਦੇਣਗੇ। ਕੋ ਕੋ ਮਹਾਨ ਰਾਇਕ ਲਹੈ। ਤੇ ਜਿਹੜਾ ਬਾਦਸ਼ਾਹ ਦਿੱਲੀ ਪਤੀ ਉਹ ਵੀ ਮੈਨੂੰ ਮਹਾ ਨਲਾਇਕ ਕਹੂਗਾ ਵੀ ਨਲਾਇਕਾ, ਤੈਨੂੰ 1.25 ਲੱਖ ਫੌਜ ਲੈ ਕੇ ਗੁਰੂ ਨੂੰ ਮਾਰਨ ਵਾਸਤੇ, ਜੰਗ ਲੜਨ ਵਾਸਤੇ ਭੇਜਿਆ ਸੀ ਤੇ ਤੂੰ ਜਾ ਕੇ ਉਹਨਾਂ ਦੇ ਦਰਸ਼ਨ ਕਰਦਾ ਰਿਹਾ। ਇਉਂ ਜਦੋਂ ਔਰੰਗਜ਼ੇਬ ਨਰੰਗੇ ਨੂੰ ਪਤਾ ਲੱਗੇਗਾ ਤਾਂ ਉਹ ਵੀ ਮੈਨੂੰ ਬੜਾ ਨਲਾਇਕ ਕਹੇਗਾ। ਇਸ ਪ੍ਰਕਾਰ ਮਨ ਦੇ ਵਿੱਚ ਬਹੁਤ ਸੋਚਾਂ ਸੋਚਦਾ, ਗਿਟੀਆਂ ਗਿਣਦਾ ਹੋਇਆ ਇਹ ਬੜੀਆਂ ਮਨ ਵਿੱਚ ਸਕੀਮਾਂ ਲਾ ਰਿਹਾ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੈਨੂੰ ਦਰਸ਼ਨ ਕਿਵੇਂ ਹੋਣ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੇਖੇ ਬਿਨਾ, ਸਤਿਗੁਰ ਦੇ ਦਰਸ਼ਨਾਂ ਬਿਨਾ ਮਨ ਵਿੱਚ ਬੜਾ ਅਕਲੰਤਾ, ਬੜਾ ਅਕਲਕਾਨ ਹੋਇਆ ਹੈ, ਬੜਾ ਇਹਦਾ ਜਿਹੜਾ ਹਿਰਦਾ ਅਧੀਰ ਹੋਇਆ ਹੈ। ਫਿਰ ਇਹਦੇ ਪ੍ਰੇਮ ਇਹਦੇ ਮਨ ਵਿੱਚ ਬਹੁਤਾ ਜਾਗ ਪਿਆ, ਕਿਉਂਕਿ ਇਹਦੇ ਪੂਰਬਲੇ ਕਰਮ ਜਾਗੇ ਹਨ। ਸਤਿਗੁਰਾਂ ਦੇ ਪ੍ਰੇਮ ਦਾ ਵਸ ਹੋਇਆ, ਬੇਬਲ ਅਵਸਥਾ ਹੋ ਗਈ, ਜਲਦੀ ਨਾਲ ਸਤਿਗੁਰੂ ਜੀ ਨੂੰ ਜਿਉਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ ਹੈ। ਇਹਦੇ ਹਿਰਦੇ ਵਿੱਚ ਭਾਈ ਮਹਾ ਭਾਵਨਾ ਬਹੁਤ ਵੱਧ ਗਈ, ਕਿਉਂਕਿ ਭਾਵਨਾ ਵਾਲਿਆਂ ਨੂੰ ਦਰਸ਼ਨ ਹੁੰਦੇ ਆ ਨਾ। ਧਰਮ ਗ੍ਰੰਥ ਕਹਿੰਦੇ ਆ ਭਾਵੋ ਹੀ ਵਿਦਤੇ ਦੇਵਾ, ਭਾਵਨਾ ਵਾਲਿਆਂ ਨੂੰ ਦੇਵਤਿਆਂ ਦੇ ਦਰਸ਼ਨ, ਭਾਵਨਾ ਵਾਲਿਆਂ ਉੱਤੇ ਦੇਵਤਾ ਪ੍ਰਸੰਨ ਹੁੰਦਾ ਹੈ। ਭਾਵਨਾ ਹੀ ਸਭ ਤੋਂ ਵੱਡਾ ਦੇਵਤਾ ਹੈ।
ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਭਾਵਨਾ ਦੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਹੈ। ਹਿਰਦੇ ਵਿੱਚ ਜਿਨ੍ਹਾਂ ਨੇ ਪ੍ਰੇਮ ਭਾਵਨਾ ਧਾਰਨ ਕੀਤੀ ਹੋਈ ਹੈ, ਇਉਂ ਜਿਹੜਾ ਇਹ ਸੈਦਾ ਖਾਨ ਪਠਾਨ ਹੈ, ਇਹਦੇ ਹਿਰਦੇ ਵਿੱਚ ਮਹਾਂ ਭਾਵਨਾ ਪ੍ਰਬਲ ਹੋਈ। ਸ੍ਰੀ ਕਲਗੀਧਰ ਸੋ ਪਹਿਚਾਨੀ। ਇਧਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪਛਾਣ ਲਈ ਇਹਦੇ ਹਿਰਦੇ ਦੀ ਵੇਦਨਾ। ਸਹਿਨਾ ਸਕੇ ਬਿਰੋਂ ਪ੍ਰੇਮੀ ਕੀ ਰਾਤ। ਤੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਪ੍ਰੇਮੀ ਦੇ ਬਿਰਹੋਂ ਨੂੰ, ਪ੍ਰੇਮੀ ਦੇ ਵਿਛੋੜੇ ਨੂੰ ਸਹਿ ਨਾ ਸਕੇ। ਉਸ ਵੇਲੇ ਰੋੜੀ ਪਰਤੇ ਉੱਠ ਬਿਨ ਦੀ ਰਾਤ। ਸਤਿਗੁਰ ਸੱਚੇ ਪਾਤਸ਼ਾਹ ਉੱਚੇ ਥੜੇ ਤੋਂ ਉਸੇ ਵੇਲੇ ਉੱਠ ਖੜੇ ਬਿਨਾਂ ਦੇਰੀ ਤੋਂ। ਵੈ ਸੁਚੇਤ ਤਬਹਿ ਕਟ ਕਸੀ। ਸੁਚੇਤ ਹੋ ਕੇ, ਸਾਵਧਾਨ ਹੋ ਕੇ ਸਤਿਗੁਰੂ ਜੀ ਨੇ ਕਮਰ ਕਸਾ ਕੀਤਾ। ਸਦਾ ਪ੍ਰੇਮ ਕੀ ਜੋ ਹੈ ਬਸੀ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਸਦਾ ਹੀ ਪ੍ਰੇਮ ਦੇ ਵਸ ਹੈ। ਗੁਰੂ ਨੂੰ ਵਸ ਕਰਨ ਦਾ ਇੱਕੋ ਹੀ ਤਰੀਕਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੋਰ ਕੋਈ ਤਰੀਕਾ ਨਹੀਂ ਗੁਰੂ ਨੂੰ ਵਸ ਕਰਨ ਦਾ। ਨਾ ਤੂੰ ਆਵੇਂ ਵਸ ਬਹੁਤ ਕਢਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਕਿਤਾ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰਾ ਵਸ ਆਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਭਗਤਾਂ ਦੇ ਪ੍ਰੇਮ ਦੇ ਵਸ ਵਿੱਚ ਹੈ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਭਗਤਾਂ ਦੇ ਪ੍ਰੇਮ ਦੇ ਵਸ ਵਿੱਚ ਹੋਣ ਹਮੇਸ਼ਾ ਹੀ। ਧਨ ਕਬਾਣ ਜਪਾਨ ਸੁਭਾਰਾ। ਸਤਿਗੁਰੂ ਜੀ ਨੇ ਧਨ ਖਬਾਣਾ ਨੂੰ, ਤੀਰ ਕਮਾਨ ਨੂੰ ਆਪਣੇ ਹੱਥ ਦੇ ਵਿੱਚ ਸੰਭਾਲਿਆ। ਭਏ ਤੁਰੰਗ ਪਰੇ ਸਵਾਰਾ। ਸਤਿਗੁਰ ਸੱਚੇ ਪਾਤਸ਼ਾਹ ਉਸ ਵੇਲੇ ਤੁਰੰਗ ਦੇ ਉੱਤੇ, ਘੋੜੇ ਉੱਤੇ ਅਸਵਾਰ ਹੋ ਗਏ ਕਰਮ ਸ਼ੀਘਰਤਾ ਹੈ ਚਪਲਾਈ। ਤੇ ਬੜੀ ਸ਼ੀਘਰਤਾ ਤੇਜ਼ੀ ਦੇ ਨਾਲ ਘੋੜੇ ਨੂੰ ਚੰਚਲ ਕੀਤਾ, ਦੌੜਾਇਆ ਤੇਜ਼ ਵੇਗ ਵਿੱਚ। ਅਰਸ਼ਨ ਖਾਨ ਅਗਰ ਕੋ ਆਈ। ਤੇ ਪਲਾਂ ਛਨਾਂ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਸੈਦਾ ਖਾਨ ਦੇ ਸਾਹਮਣੇ ਆ ਖੜੇ ਹੋਏ। ਭਇਓ ਖਾਨ ਜੀ ਬਨ ਸਵਧਾਨਾ। ਤੇ ਆ ਕੇ ਵੀ ਹੁਣ ਦੇਖੋ, ਗੁਰੂ ਪੂਰਾ ਇਹ ਨਹੀਂ ਜਣਾਉਂਦਾ ਵੀ ਸਿੱਖਾ ਤੇਰੀ ਭਾਵਨਾ ਪੂਰੀ ਕਰਨ ਆਇਆ। ਫਿਰ ਵੀ ਸਤਿਗੁਰੂ ਜੀ ਬਹਾਨੇ ਦੇ ਨਾਲ ਕਹਿੰਦੇ ਆ, ਕਹਿੰਦੇ ਹੇ ਸੈਦਾ ਖਾਨ ਸਾਵਧਾਨ ਹੋ ਜਾ, ਮੈਦਾਨੇ ਜੰਗ ਵਿੱਚ ਹੁਣ ਆਪਾਂ ਲੜਾਈ ਕਰਨੀ ਹੈ। ਆਲਸ ਹੋਏ ਆਜੁਦ ਪਾਨਾ। ਕਹਿੰਦੇ ਪਾਨਾਂ ਦੇ ਵਿੱਚ, ਹੱਥਾਂ ਦੇ ਵਿੱਚ ਸ਼ਸਤਰ ਉਠਾ ਲੈ, ਆਲਸ ਨੂੰ ਤਜ ਦੇ, ਆਲਸ ਨੂੰ ਤਿਆਗ ਕੇ ਯੁੱਧ ਕਰ। ਖਬਰਦਾਰ ਹੋਏ ਸ਼ਸਤਰ ਸੰਭਾਲੂ। ਖਬਰਦਾਰ ਹੋ ਕੇ, ਸਾਵਧਾਨ ਹੋ ਕੇ ਸ਼ਸਤਰਾਂ ਨੂੰ ਸੰਭਾਲ ਲੈ। ਸੋ ਹੋਏ ਵਾਰ ਕੇ, ਸਹੋ ਵਾਰ ਕੇ ਆਪਨ ਪ੍ਰਹਾਰੂ। ਹਾਂ ਕਹਿੰਦੇ ਜਾਂ ਤਾਂ ਮੇਰਾ ਵਾਰ ਸਹਿ ਲਾ ਤੇ ਜਾਂ ਤੂੰ ਵਾਰ ਕਰ ਲੈ। ਸੈਨ ਖਾਨ ਵਿੱਚ ਸੈਨ ਤਮਾਮੂ। ਇਹ ਸੈਦ ਖਾਨ ਆ ਜਿਹੜਾ ਸਾਰੀ ਸੈਨਾ ਦੇ ਵਿਚਕਾਰ। ਆਦ ਬੰਦ ਕਾ ਚੁੱਕ ਕੀ ਨ ਸਲਾਮੂ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਨਾ ਸਾਹਮਣੇ ਹੋ ਕੇ ਵੀ ਸੈਦ ਖਾਨ ਸਾਵਧਾਨ ਹੋ ਜਾ, ਸ਼ਸਤਰ ਉਠਾ ਲੈ, ਜਾਂ ਮੇਰੇ ਤੇ ਵਾਰ ਕਰ ਜਾਂ ਮੇਰਾ ਵਾਰ ਰੋਕ। ਤੇ ਸਾਰੀ ਸੈਨਾ ਦੇ ਦੇਖਦਿਆਂ ਦੇਖਦਿਆਂ, ਸਾਰੀ ਸੈਨਾ ਦੇ ਐਨ ਵਿਚਕਾਰ ਫੌਜ ਦੇ ਇਹ ਸੈਦ ਖਾਨ ਨੇ ਕੀ ਕੀਤਾ, ਝੁੱਕ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕਰ ਦਿੱਤੀ, ਨਮਸਕਾਰ ਕਰ ਦਿੱਤੀ। ਬੋਲੋ ਸਤਨਾਮ। ਆਇਆ ਹੈ ਜੰਗ ਲੜਨ ਸਤਿਗੁਰੂ ਜੀ ਦੇ ਨਾਲ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਐਸਾ ਕੀਤਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸਤਿਗੁਰ ਦੇ ਦਰਸ਼ਨ ਹੀ ਐਸੇ ਆ ਭਾਈ। ਜਿਹੜਾ ਵੀ ਗੁਰੂ ਕੇ ਦੀਦਾਰ ਕਰ ਲੈਂਦਾ ਸੀ ਨਾ, ਸਤਿਗੁਰੂ ਜੀ ਦਾ ਪਹਿਲੀ ਤੱਕਣੀ ਦੇ ਵਿੱਚ ਹੀ ਸਿੱਖ ਬਣ ਜਾਂਦਾ ਸੀ। ਸੋ ਇਹ ਸੈਦ ਖਾਨ ਨੇ ਵੀ ਸਤਿਗੁਰੂ ਜੀ ਨੂੰ ਝੁੱਕ ਕੇ ਸਲਾਮ ਵੰਦਨਾ ਕੀਤੀ। ਸ੍ਰੀ ਗੁਰ ਸੂਰਜ ਕੋ ਦਰਸਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਨਮੋ ਸੂਰਜ, ਸੂਰਜੇ ਸੂਰਜਾਂ ਦੇ ਵੀ ਸੂਰਜ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ, ਦਰਸ਼ਨ ਕਰਕੇ, ਕਮਲ ਬਲੋਚਨ ਜੁਗ ਬਿਗਸਾਈ। ਹਾਂ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਫੁੱਲ ਖਿੜ ਜਾਂਦਾ ਨਾ ਸੂਰਜ ਦੀ ਧੁੱਪ ਪੈਣ ਨਾਲ, ਸਤਿਗੁਰੂ ਜੀ ਦਾ ਸੂਰਜ ਵਰਗਾ ਦਗਦਗ ਕਰਦਾ, ਜਮਾਲ ਜਮਾਲ ਦਾ ਭਰਿਆ ਹੋਇਆ ਨੂਰਾਨੀ ਚਿਹਰਾ ਤੱਕਿਆ ਨਾ, ਦਰਸ਼ਨ ਕੀਤੇ ਜਿਸ ਵੇਲੇ ਸੈਦਾ ਖਾਨ ਨੇ, ਉਸ ਵੇਲੇ ਇਹਦੇ ਜਿਹੜੇ ਨੇਤਰ ਹੈ ਜਿਵੇਂ ਕਮਲ ਫੁੱਲ ਖਿੜ ਜਾਂਦੇ ਆ, ਇਉਂ ਖਿੜ ਗਏ। ਮਹਾਪ੍ਰੇਮ ਤੇ ਗਦਗਦ ਬਾਣੀ। ਮਹਾ ਪ੍ਰੇਮ ਦੇ ਨਾਲ ਬਹੁਤਾ ਹੀ ਪ੍ਰੇਮ ਧਾਰਨ ਕਰਕੇ ਇਹਦੀ ਬਾਣੀ ਜਿਹੜੀ ਗਦਗਦ ਹੋ ਗਈ, ਕੰਠ ਰੁਕ ਗਿਆ। ਆਨੰਦਤ ਚਿਤ ਚਾਹੋ ਬਖਾਨੀ। ਪਰ ਮਨ ਦੇ ਵਿੱਚ ਬੜਾ ਆਨੰਦਿਤ ਹੋਇਆ, ਪ੍ਰਸੰਨ ਹੋਇਆ। ਖੁਦਾਏ ਦੀ ਖੁਦਾਇਤ। ਇਹ ਤਾਂ ਜੋ ਸਾਹਮਣੇ ਮੈਂ ਦਰਸ਼ਨ ਕਰ ਰਿਹਾ, ਇਹ ਤਾਂ ਖੁਦਾ ਆਪ ਹੀ ਆ ਗਿਆ ਹੈ। ਬਜਨਤ ਖੁਦਾਏ ਮੁਰੀਦ ਜਿੰਦੈ। ਖੁਦਾਏ ਦੀ ਖੁਦਾਇਤ ਬਜਿਨ ਸੰਬੰਧ ਹੈ।
ਕਿ ਇਹ ਤਾਂ ਖੁਦਾ ਦੀ ਖੁਦਾਈ ਹੀ ਮੈਂ ਸਾਹਮਣੇ ਦੇਖ ਰਿਹਾ। ਖੁਦਾ ਆਪ ਆ ਗਿਆ, ਬਾ ਜਿਨਸ ਬੰਦਾ ਹੈ, ਬੰਦੇ ਦੇ ਜਿਨਸ ਵਿੱਚ, ਬੰਦੇ ਦੀ ਜਾਤੀ ਵਿੱਚ ਰੱਬ ਨੂੰ ਦੇਖ ਰਿਹਾ ਹਾਂ। ਸੰਤਾ ਮੋਤੀ ਬਨ ਆਵੇ। ਪਿਛਲੀ ਪੰਕਤੀ ਪੜੋ ਜੀ। ਬਜਨੇ ਸਾਹਿਬ ਖੁਦਾਏ ਮੁਰੀਦ ਜਿੰਦਾ। ਹਾਂ, ਬਾ ਜਿਨਸ ਖੁਦਾਏ ਮੁਰੀਦ ਜਿੰਦਾ ਹੈ। ਇਹ ਤਾਂ ਆਪਣੇ ਮੁਰੀਦਾਂ ਨੂੰ ਜਿੰਦਾ ਕਰਨ ਵਾਸਤੇ ਨਾ, ਮਨੁੱਖਾ ਜਨਮ ਦੇ ਵਿੱਚ ਖੁਦਾ ਆਪ ਆ ਗਿਆ ਹੈ। ਸੰਤਾ ਮੋਤੀ ਬਨ ਆਵੇ। ਸੋ ਮੈਥੋਂ ਤਾਂ ਇਹਨਾਂ ਦੀ ਬਰਾਬਰੀ ਨਹੀਂ ਬਣ ਆਉਂਦੀ। ਰਬ ਕਦੋਇਤ ਤਥਾ ਜਥਾ ਕਿਮ ਪਾਵੈ। ਹਾਂ, ਕਹਿੰਦੇ ਸੂਰਜ ਦਾ ਸਾਹਮਣਾ ਇੱਕ ਟਟੈਣਾ ਕਿਵੇਂ ਕਰ ਸਕਦਾ ਹੈ। ਸ੍ਰੀ ਕਲਗੀਧਰ ਬਹੁਰ ਚਾਰਾ। ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਆਖਿਆ, ਸੁਨੋ ਖਾਨ ਜੀ ਬਾਤ ਹਮਾਰਾ। ਕਹਿੰਦੇ ਹੇ ਖਾਨ ਜੀ ਮੇਰੀ ਗੱਲ ਸੁਣੋ। ਸਾਕਰ ਰਹਿਬੋ ਡੇਰੇਦਾਰੀ। ਕਹਿੰਦੇ ਦੇਖ ਤੇਰੇ ਕੋਲੇ ਬਹੁਤ ਵੱਡੀ ਡੇਰੇਦਾਰੀ ਹੈ, ਬੜੇ ਤੇਰੇ ਕੋਲੇ ਚਾਕਰ ਹੈ, ਬੜੀ ਫੌਜ ਹੈ, ਤੂੰ ਫੌਜਾਂ ਦਾ ਜਰਨੈਲ ਹੈ। ਜੰਗ ਜੀਤ ਬੋ ਪਾਲੇਦਾਰੀ। ਤੇ ਜੰਗ ਨੂੰ ਜਿੱਤਣ ਵਾਸਤੇ ਇਹ ਪੱਕਾ ਧਾਰਨ ਕਰਕੇ ਆਇਆ ਹੈ ਤੂੰ। ਸੁਮਤ ਬਾਗ ਤਜ ਦਿਓ ਤਰੰਗਨਾ। ਜਦੋਂ ਸਤਿਗੁਰੂ ਜੀ ਦੇ ਆਹ ਬਚਨ ਸੁਣੇ ਨਾ, ਬਸ ਫੇਰ ਫਿਰ ਤਾਂ ਘੋੜਾ ਵੀ ਛੱਡ ਦਿੱਤਾ। ਘੋੜਾ ਛੱਡ ਕੇ ਹੇਠਾਂ ਉਤਰ ਆਇਆ। ਛੋੜ ਦਿਓ ਸਭ ਆਪਣੋ ਸੰਗਮ। ਆਪਣਾ ਸੰਗਮ, ਆਪਣਾ ਸੰਗ ਸਾਥ ਸਭ ਛੱਡ ਦਿੱਤਾ। ਚਰਨ ਕਮਲ ਸਮ ਪਕੜੀ ਆਈ। ਤੇ ਘੋੜੇ ਤੋਂ ਉਤਰ ਕੇ ਨਾ ਇਹ ਸੈਦ ਖਾਨ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਰਕਾਬਾਂ ਵਿੱਚ ਚਰਨ ਰੱਖੇ ਹੋਏ ਸਨ ਨਾ ਘੋੜੇ ਦੇ, ਉਹ ਆ ਕੇ ਸਤਿਗੁਰੂ ਜੀ ਦੇ ਚਰਨ ਪਕੜ ਲਏ। ਉੱਪਰ ਰੱਖਿਓ ਸੀਸ ਟਿਕਾਈ। ਸਤਿਗੁਰੂ ਜੀ ਦੇ ਚਰਨਾਂ ਉੱਤੇ ਆ ਕੇ ਆਪਣਾ ਸਿਰ ਰੱਖ ਦਿੱਤਾ। ਅਨੰਦ ਕੇ ਅਛਰੂ ਚਾਲੀ। ਬੜੇ ਆਨੰਦ ਦੇ ਵਿੱਚ ਆ ਗਿਆ, ਨੇਤਰਾਂ ਦੇ ਵਿੱਚੋਂ ਅਥਰੂ ਚੱਲ ਪਏ ਸੈਦ ਖਾਨ ਦੇ। ਤੇ ਪਦ ਸਮ ਪਦਮ ਬਖਾਲੀ। ਹਾਂ, ਜਿਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਹਨ, ਉਹਨਾਂ ਨੂੰ ਪਖਾਲ ਦਿੱਤਾ, ਧੋ ਦਿੱਤਾ ਨੇਤਰਾਂ ਦੇ ਅਥਰੂਆਂ ਨਾਲ। ਮਾਰਨ ਮਰਨੇ ਕੋ ਜਹ ਬੈਰੀ। ਹਾਂ, ਜਿੱਥੇ ਕਹਿੰਦੇ ਮਰਨ ਮਾਰਨ ਦਾ ਬੈਰ ਸੀ, ਮਰਨ ਮਾਰਨ ਵਾਸਤੇ ਆਇਆ ਸੀ, ਤੈ ਕਰ ਪ੍ਰੇਮ ਦੀਨ ਬੜ ਖੈਰੀ। ਉੱਥੇ ਭਾਈ ਸੈਦ ਖਾਨ ਦੇ ਭਾਗ ਜਾਗਿਆ। ਇਹਨੇ ਪ੍ਰੇਮ ਕਰਕੇ ਸਤਿਗੁਰੂ ਜੀ ਤੋਂ ਵੱਡੀ ਖੈਰ ਪ੍ਰਾਪਤ ਕਰ ਲਈ। ਪੂਰਵ ਜਨਮ ਸਿੱਖ ਸ੍ਰੀ ਗੁਰੂ। ਇਹ ਤਾਂ ਕੋਈ ਪੂਰਬਲੇ ਜਨਮ ਦਾ ਸਤਿਗੁਰੂ ਦਾ ਵਿਛੜਿਆ ਹੋਇਆ ਸਿੱਖ ਸੀ। ਇਹਦੇ ਹਿਰਦੇ ਦੇ ਵਿੱਚ ਜਿਹੜਾ ਕੋਈ ਪਿਛਲਾ ਪੁੰਨ ਕਰਮ ਦਾ ਜਿਹੜਾ ਅੰਕੁਰ ਫੁੱਟ ਪਿਆ, ਜਿਵੇਂ ਅੰਕੁਰ ਫੁੱਟ ਪੈਂਦਾ ਨਾ ਧਰਤੀ ਵਿੱਚੋਂ ਤੇ ਉਹ ਦਰਖਤ ਬਣ ਜਾਂਦਾ ਬੀਜ। ਸੋ ਇਸੇ ਪ੍ਰਕਾਰ ਕੋਈ ਪੂਰਬਲੇ ਕਰਮ ਦਾ ਬੀਜ ਬੀਜਿਆ ਹੋਇਆ ਸੀ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸ ਕੈ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਕਿਸਮਤ ਜਾਗੀ ਹੈ ਸੈਦ ਖਾਨ ਦੀ। ਪੂਰਬਲੇ ਕਰਮਾਂ ਦਾ ਕੋਈ ਸ਼ੁਭ ਕਰਮ ਕੀਤਾ ਹੋਇਆ ਫਲ ਜਿਹੜਾ ਉਹਦੇ ਵਿੱਚ ਪੁੰਗਰਾਟ ਆਈ ਹੈ। ਹਾਂ, ਲੱਗਦਾ ਇਹਨੇ ਕੋਈ ਪਿਛਲੇ ਜਨਮ ਦੇ ਵਿੱਚ ਕੋਈ ਦੋਸ਼ ਐਸਾ ਕੀਤਾ ਵੀ ਤੁਰਕਾਂ ਦਾ ਤਨ ਇਹ ਸਿੱਖ ਨੇ ਪਾ ਲਿਆ। ਪਰ ਫਿਰ ਵੀ ਇਹਦੇ ਮਨ ਵਿੱਚ, ਕਿਉਂਕਿ ਗੁਰੂ ਕਾ ਸਿੱਖ ਸੀ, ਗੁਰੂ ਪ੍ਰਤੀ ਲਗਨ ਲੱਗੀ ਰਹੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਤਿੰਨੇ ਕਾਲਾਂ ਦੇ, ਭੂਤ ਕਾਲ ਦੇ, ਵਰਤਮਾਨ ਕਾਲ ਦੇ, ਭਵਿੱਖਤ ਕਾਲ ਦੇ ਗਿਆਤਾ ਜਾਣਨਹਾਰ ਹਨ। ਸੋ ਜਿੰਨੇ ਵੀ ਸ਼ੁਭ ਅਸ਼ੁਭ ਕਰਮ ਹੈ, ਸੋ ਸਤਿਗੁਰੂ ਜੀ ਸਾਰਿਆਂ ਨੂੰ ਜਾਣਨਹਾਰ ਹਨ। ਇੱਧਰ ਸੈਦਾ ਖਾਨ ਦੇ ਮਨ ਵਿੱਚ ਪ੍ਰੇਮ ਦਾ ਬਹੁਤ ਭਾਰੀ ਪ੍ਰਵਾਹ ਵਹਿ ਰਿਹਾ ਹੈ। ਤੇ ਇਹਦੇ ਜਿੰਨੇ ਕੋਈ ਪੂਰਬਲੇ ਪਾਪ ਕਰਮ ਕੀਤੇ ਸਨ, ਪਾਪ ਕਰਮਾਂ ਦਾ ਜਿਹੜਾ ਭਾਰ ਸੀ ਉਹ ਸਤਿਗੁਰਾਂ ਦੇ ਪ੍ਰੇਮ ਦੇ ਪ੍ਰਵਾਹ ਦੇ ਵਿੱਚ ਦਗਧ ਹੋ ਗਿਆ, ਸੜ ਗਿਆ ਹੈ। ਹਾਂ, ਜਦੋਂ ਇਹਦੇ ਪੂਰਬਲੇ ਕਰਮਾਂ ਦਾ ਕੋਈ ਸ਼ੁਭ ਕਰਮਾਣੀ ਅਗਨਾਣੀ ਦਗਧਾਣੀ, ਸੋ ਜਿਹੜੀ ਕਰਮਾਂ ਦੀ ਜਿਹੜੀ ਅੱਗ ਹੈ, ਗਿਆਨਾਣੀ ਅਗਨਾਣੀ ਕਰਮਾਣੀ ਦਗਧਾਣੀ, ਗਿਆਨ ਦੀ ਜਿਹੜੀ ਅਗਨ ਹੈ ਉਹਨੇ ਕਰਮਾਂ ਦਾ ਨਾਸ਼ ਕਰ ਦਿੱਤਾ, ਕਰਮਾਂ ਨੂੰ ਸਾੜ ਕੇ ਰੱਖ ਦਿੱਤਾ। ਸੋ ਇਸ ਪ੍ਰਕਾਰ ਪ੍ਰੇਮ ਜਿਹੜਾ ਹਿਰਦੇ ਦੇ ਵਿੱਚ ਬੜਾ ਪ੍ਰਬਲ ਹੋਇਆ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਇਹਦੇ ਸਿਰ ਉੱਤੇ ਆਪਣਾ ਹਸਤ ਕਮਲ ਰੱਖ ਦਿੱਤਾ ਸੈਦ ਖਾਨ ਦੇ। ਤੇ ਤਤਸ਼ਨੀ ਸ਼ੀਘਰੀ ਪਲਾਂ ਦੇ ਵਿੱਚ ਹੀ ਉਹ ਜਿਹੜਾ ਸੈਦ ਖਾਨ ਸੀ ਨਾ, ਉਹਨੂੰ ਆਪਣਾ ਸੇਵਕ ਬਣਾ ਲਿਆ। ਉਸ ਸੇਵਕ ਨੂੰ ਸਨਾਥਾ ਕਹੀਏ, ਕਲਿਆਣ ਕਰ ਦਿੱਤੀ।
ਸੋ ਉਹਨੂੰ ਗੁਰੂ ਵਾਲਾ ਬਣਾ ਦਿੱਤਾ। ਸਹਿਤ ਪਟੰਗ ਜਗਤ ਕੋ ਤਿਆਗਾ। ਤੇ ਉਸ ਵੇਲੇ ਐਸੀ ਅਵਸਥਾ ਇਹਨੂੰ ਬਖਸ਼ਿਸ਼ ਕਰ ਦਿੱਤੀ ਕਿ ਸਭ ਕੁਝ ਛੱਡ ਕੇ, ਹਥਿਆਰ ਛੱਡ ਕੇ, ਮੈਦਾਨੇ ਜੰਗ ਛੱਡ ਕੇ, ਇੱਥੋਂ ਤੱਕ ਕਿ ਆਪਣਾ ਪਰਿਵਾਰ ਵੀ ਸਭ ਕੁਝ ਛੱਡ ਕੇ, ਤਿਆਗ ਕੇ ਹਿਰਦੈ ਤੀਬਰ ਤਰ ਭਇਓ ਵਿਰਾਗਾ। ਇਹਦੇ ਹਿਰਦੇ ਦੇ ਵਿੱਚ ਨਾ ਤਰ ਤੀਬਰ ਵਿਰਾਗ ਪੈਦਾ ਹੋ ਗਿਆ। ਵਿਰਾਗ ਵੀ ਕਈ ਕਿਸਮ ਦਾ ਹੈ। ਇੱਕ ਹੁੰਦਾ ਗਧਾ ਵਿਰਾਗ, ਇੱਕ ਹੁੰਦਾ ਘੋੜਾ ਵੈਰਾਗ, ਇੱਕ ਹੁੰਦਾ ਸ਼ੇਰ ਵਿਰਾਗ, ਇੱਕ ਤਰ ਤਮ ਵੈਰਾਗ, ਇੱਕ ਤਰ ਤੀਬਰ ਵੈਰਾਗ। ਇਹ ਵੱਖਰੀਆਂ ਵੱਖਰੀਆਂ ਕਿਸਮਾਂ ਵਿਰਾਗ ਦੀਆਂ। ਜਿਵੇਂ ਵਿਦਵਾਨ ਕਹਿੰਦੇ ਆ ਨਾ ਵੀ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਇੱਕ ਤਾਂ ਇਹੋ ਜਿਹਾ ਗਧਾ ਵਿਰਾਗ ਜਿਹਾ ਪੈਦਾ ਹੁੰਦਾ ਹੈ ਵੀ ਥੋੜ੍ਹਾ ਜਿਹਾ ਚਿਰ ਵਿਰਾਗ ਪੈਦਾ ਹੋਇਆ ਤੇ ਜਦੋਂ ਉਹ ਥੋੜ੍ਹਾ ਜਿਹਾ ਸਮਾਂ ਲੰਘ ਗਿਆ ਵੀ ਹੁਣ ਤਾਂ ਅਸੀਂ ਵਿਰਾਗੀ ਹੋ ਗਏ ਜੀ, ਤਿਆਗੀ ਹੋ ਗਏ, ਤੇ ਬਾਅਦ ਵਿੱਚ ਜਦੋਂ ਪਦਾਰਥ ਫੇਰ ਮਿਲ ਜਾਂਦਾ ਹੈ ਤੇ ਫਿਰ ਉਹਨਾਂ ਗ੍ਰਸਤੀਆਂ ਦੇ ਵਿੱਚ ਹੀ ਆ ਕੇ ਘਰੇ ਗ੍ਰਸਤੀ ਬਣ ਜਾਂਦਾ ਹੈ, ਪਦਾਰਥਾਂ ਦੇ ਵਿੱਚ ਫਸ ਜਾਂਦਾ ਹੈ। ਸੋ ਸਤਿਗੁਰ ਨੇ ਐਸਾ ਵੀ ਬਾਣੀ ਵਿੱਚ ਆਖਿਆ ਕਈ ਵਾਰੀ, ਇਸ ਪ੍ਰਕਾਰ ਦਾ ਵੀ ਵਰਤਾਰਾ ਵਰਤਦਾ, ਨਾਰ ਮੋਈ ਘਰ ਸੰਪਤ ਨਾਸੀ, ਸੋ ਮੁੰਡਿਆ ਮੂੰਡ ਭਇਓ ਸੰਨਿਆਸੀ। ਘਰ ਵਾਲੀ ਚੜ੍ਹਾਈ ਕਰ ਗਈ ਜਾਂ ਕੋਈ ਹੋਰ ਵਿਪਤਾ ਆ ਗਈ, ਘਰ ਦਾ ਸਾਜੋ ਸਮਾਨ, ਪ੍ਰੋਪਰਟੀ ਜਿਹੜੀ ਉਹ ਨਾਸ਼ ਹੋ ਗਈ, ਖਤਮ ਹੋ ਗਈ, ਤੇ ਫਿਰ ਕਹਿੰਦੇ ਜੀ ਹੁਣ ਤਾਂ ਅਸੀਂ ਸੰਨਿਆਸੀ ਬਣ ਗਏ। ਇਉਂ ਵਿਪਤਾ ਦਾ ਮਾਰਿਆ ਵੀ ਕਈ ਵਾਰੀ ਕੋਈ ਸੰਨਿਆਸੀ ਬਣ ਜਾਂਦਾ ਹੈ, ਵਿਰਾਗ ਧਾਰਨ ਕਰ ਲੈਂਦਾ ਹੈ। ਸੋ ਅਨੇਕਾਂ ਪ੍ਰਕਾਰ ਦੇ ਵਿਰਾਗ ਹਨ ਖਾਲਸਾ ਜੀ। ਸੋ ਇਹਦੇ ਹਿਰਦੇ ਦੇ ਵਿੱਚ ਜਿਹੜਾ ਬੜਾ ਇਹ ਤਰ ਤੀਬਰ ਵਿਰਾਗ, ਜਿਹੜਾ ਬਹੁਤ ਤੇਜ਼ ਵਿਰਾਗ ਆ, ਜਿਹੜਾ ਤਰ ਤੀਬਰ ਵਿਰਾਗ ਉਸ ਨੂੰ ਕਹਿੰਦੇ ਆ। ਇਹਨੂੰ ਇਉਂ ਸੌਖਾ ਸਮਝ ਲਓ ਜਿਵੇਂ ਪ੍ਰੇਮੀਓ ਕਾਂ ਦੀ ਪਿੱਠ ਹੁੰਦੀ ਆ ਨਾ, ਸਭ ਤੋਂ ਭੈੜੀ, ਸਭ ਤੋਂ ਗੰਦੀ ਮੰਨੀ ਗਈ ਹੈ, ਕਿਉਂਕਿ ਕਾਂ ਜਿਹੜਾ ਉਹ ਗੰਦਗੀ ਖਾਂਦਾ, ਗੰਦਗੀ ਦੇ ਵਿੱਚੋਂ ਗਾਂ ਗੰਦਗੀ ਪੈਦਾ ਹੋਈ ਹੁੰਦੀ ਹੈ ਕਾਂ ਦੀ ਪਿੱਠ, ਤੇ ਉਹਨੂੰ ਕੋਈ ਨਹੀਂ ਚਾਹੁੰਦਾ ਮੈਂ ਹੱਥ ਲਾਵਾਂ, ਮੈਂ ਉਹਨੂੰ ਆਪਣੇ ਕੋਲ ਚੁੱਕਾਂ, ਮੈਂ ਉਹਦਾ ਸਪਰਸ਼ ਕਰਾਂ। ਕਹਿੰਦੇ ਇਉਂ ਜਦੋਂ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ, ਸਵਰਗ ਲੋਕ ਤੱਕ ਸਾਰੇ ਲੋਕਾਂ ਦੇ ਜਿਹੜੇ ਸੁੱਖ ਆ ਨਾ, ਉਹ ਜਦੋਂ ਕਾਂ ਦੀ ਵਿਸ਼ਟਾ ਵਾਂਗੂ ਲੱਗਣ ਲੱਗ ਜਾਣ, ਵਿਅਰਥ ਲੱਗਣ ਲੱਗ ਜਾਣ, ਉਹ ਜਿਹੜਾ ਵੈਰਾਗ ਹੁੰਦਾ ਉਹਨੂੰ ਤਰ ਤੀਬਰ ਵੈਰਾਗ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਦਾ ਜਿਹੜਾ ਤਰ ਤੀਬਰ ਵੈਰਾਗ ਹੈ ਇਹ ਸੈਦ ਖਾਨ ਨੇ ਧਾਰਨ ਕਰ ਲਿਆ। ਸ਼ਸਤਰ ਵੀ ਛੱਡ ਦਿੱਤੇ, ਹਥਿਆਰ ਵੀ ਛੱਡ ਦਿੱਤੇ, ਘੋੜਾ ਛੱਡ ਦਿੱਤਾ, ਸਾਰੇ ਦਲ ਨੂੰ ਵੀ ਛੱਡ ਗਿਆ। ਫਕੀਰ ਹੋ ਕੇ ਉੱਥੋਂ ਮੈਦਾਨੇ ਜੰਗ ਵਿੱਚੋਂ ਸਿੱਧਾ ਹੀ ਸਤਿਗੁਰ ਦਾ ਧਿਆਨ ਧਰ ਕੇ ਜੰਗਲ ਵੱਲ ਨੂੰ ਚੱਲ ਪਿਆ। ਫਿਰ ਕਹਿੰਦੇ ਇਹ ਕਿਸੇ ਨੂੰ ਮਿਲਿਆ ਨਹੀਂ, ਦੁਬਾਰਾ ਇਹਨੂੰ ਦੇਖਿਆ ਨਹੀਂ ਕਿਸੇ ਨੇ। ਸੋ ਕਹਿੰਦੇ ਇਹ ਗਇਓ ਸੋ ਗਇਓ, ਇਹ ਤਾਂ ਕਹਿੰਦੇ ਬਸ ਗਿਆ ਤੇ ਗਿਆ, ਮੁੜ ਕੇ ਇਹਨੂੰ ਦੇਖਿਆ ਨਹੀਂ ਕਿਸੇ ਨੇ ਵਾਪਸ ਮੁੜਦਾ। ਗੁਰਨ ਮੁਦਹੇਰ, ਗੁਰੂ ਦੀ ਮੂਰਤੀ ਨੂੰ ਇਹਨੇ ਮਨ ਦੇ ਵਿੱਚ ਵਸਾ ਲਿਆ। ਸੰਸਾਰ ਨੂੰ ਇਹਨੇ ਕੂੜਾ ਜਾਣ ਲਿਆ, ਖਤਮ ਹੋਣ ਵਾਲਾ ਜਾਣਿਆ। ਹਾਂ, ਤੇ ਸੱਚਾ ਮੰਨ ਲਿਆ ਕਿ ਆਤਮਾ ਸੱਚ ਹੈ, ਇਸ ਸਾਰ ਨੂੰ, ਤੱਤ ਨੂੰ ਪਛਾਣ ਲਿਆ। ਦੁਬਦਾ ਮਿਟ ਗਈ, ਦਵੈਤ ਭਾਵ ਖਤਮ ਹੋ ਗਈ, ਨਾਨਤਵ ਖਤਮ ਹੋ ਗਿਆ ਤੇ ਗਿਆਨ ਦੀ ਪ੍ਰਾਪਤੀ ਹੋ ਗਈ, ਬ੍ਰਹਮ ਗਿਆਨ ਦੀ। ਰਾਗ ਅਤੇ ਦਵੈਖ ਇਹ ਜਿਹੜੇ ਮਨ ਦੇ ਵਿੱਚੋਂ ਮੂਲ ਹੀ ਉੱਕਾ ਹੀ ਮਿਟ ਗਏ। ਨਾਨਤਵ ਭੇਦ ਸੀ ਜਿਹੜਾ ਨਾ, ਉਹ ਹਰ ਪ੍ਰਕਾਰ ਦਾ ਇਹਨੇ ਹਿਰਦੇ ਵਿੱਚੋਂ ਖਤਮ ਕਰ ਲਿਆ, ਨਿਰਵਾਰ ਲਿਆ। ਸਭ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਐਸੀ ਅਵਸਥਾ ਹੋ ਗਈ ਜਿਸ ਪਾਸੇ ਦੇਖਦਾ ਬ੍ਰਹਮ ਹੀ ਬ੍ਰਹਮ ਨਜ਼ਰ ਆਉਣ ਲੱਗਿਆ। ਜਿਵੇਂ ਕਹਿੰਦੇ ਕਿਸੇ ਹਨੇਰੇ ਕਮਰੇ ਦੇ ਵਿੱਚ ਕਿਸੇ ਵਿਅਕਤੀ ਨੂੰ ਕਿਸੇ ਨੇ ਬਹੁਤਾ ਲੰਮਾ ਸਮਾਂ ਰੋਕ ਕੇ ਰੱਖਿਆ ਹੋਵੇ, ਕੈਦ ਕਰਕੇ, ਉਹ ਬੰਦਾ ਬਾਹਰ ਨਿਕਲ ਕੇ ਜਿਵੇਂ ਪ੍ਰਕਾਸ਼ ਦੇਖਦਾ ਨਾ, ਚਾਨਣਾ ਦੇਖਦਾ ਹੈ ਵੀ ਮੈਂ ਤਾਂ ਇੰਨਾ ਸਮਾਂ ਇੰਨੇ ਵਰੇ ਹਨੇਰੇ ਵਿੱਚ ਹੀ ਬੈਠਾ ਰਿਹਾ ਤੇ ਆਹ ਪ੍ਰਕਾਸ਼ ਹੁੰਦਾ। ਇਸ ਤਰ੍ਹਾਂ ਇਹਦੀ ਸੈਦ ਖਾਨ ਦੀ ਹਾਲਤ ਹੈ। ਇਹਨੂੰ ਜਿਹੜੀ ਤਨ ਦੀ ਹੰਤਾ ਨਾ, ਤਨ ਦੀ ਹੰਗਤਾ, ਇਹ ਮੈਂ, ਮੇਰਾ ਸਰੀਰ ਹੈ, ਇਸ ਪ੍ਰਕਾਰ ਦੀ ਜਿਹੜੀ ਇਹ ਬਿਰਤੀ ਤਾਂ ਇਹਦੇ ਕੋਲੇ ਮੁੜ ਕੇ ਆਈ ਨਹੀਂ, ਤਨ ਹੰਗਤਾ ਨੂੰ ਤਿਆਗ ਗਿਆ। ਹਾਂ, ਮੈਂ ਹੀ ਬ੍ਰਹਮ ਹਾਂ, ਜੋ ਵੇਦਾਂ ਦੇ 4 ਮਹਾਵਾਕ ਹਨ। ਅਹੰ ਬ੍ਰਹਮਸਮੀ, ਪ੍ਰਾਗਿਆਮਾਨੰਦ ਬ੍ਰਹਮ, ਸੋ ਤਤ ਤਵਮਸੀ, ਇਸ ਪ੍ਰਕਾਰ ਦੇ ਜਿਹੜੇ
ਇਹ ਚਾਰੇ ਵੇਦਾਂ ਦੇ ਮਹਾਵਾਕ ਹਨ। ਉਹਨਾਂ ਦੇ ਮੁਤਾਬਕ ਜਾਂ ਜਿਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜਪਜੀ ਸਾਹਿਬ ਵਿੱਚ ਕਹਿੰਦੇ ਆ, ਤੂੰ ਸਦਾ ਸਲਾਮਤ ਨਿਰੰਕਾਰ, ਕਿ ਜਿਹੜਾ ਜੀਵ ਅਤੇ ਈਸ਼ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਐਸੀ ਅਵਸਥਾ ਦੀ ਇਸ ਨੂੰ ਪ੍ਰਾਪਤੀ ਹੋ ਗਈ, ਐਸੀ ਲਿਵ ਲੱਗ ਗਈ। ਜਿਸ ਮੁਖ ਭਇਓ ਤਤੈ ਚਲ ਗਇਓ। ਜਿੱਧਰ ਨੂੰ ਇਹਦਾ ਮੂੰਹ ਹੋਇਆ ਬਸ ਉਧਰੇ ਨੂੰ ਚਲਿਆ ਗਿਆ। ਪਰਮਹੰਸ ਅਵਸਥਾ ਥਇਓ। ਤੇ ਇਹਨੂੰ ਜਿਹੜੀ ਪਰਮਹੰਸ ਵਾਲੀ ਅਵਸਥਾ ਦੀ ਪ੍ਰਾਪਤੀ ਹੋ ਗਈ, ਪਰਮਹੰਸ ਅਵਸਥਾ ਨੂੰ ਇਸ ਨੇ ਪ੍ਰਾਪਤ ਕਰ ਲਿਆ ਹੈ। ਸੋ ਇਸ ਪ੍ਰਕਾਰ ਪਰਮਹੰਸ ਵਾਲੀ ਜਿਹੜੀ ਅਵਸਥਾ ਨੂੰ ਪ੍ਰਾਪਤ ਕਰਕੇ ਜਿਹੜਾ ਸਜਦਾ ਵੇਗ ਆ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ, ਧਿਆਨ ਨੂੰ ਮਨ ਦੇ ਵਿੱਚ ਵਸਾ ਕੇ ਅਗਾਂਹ ਚੱਲਦਾ ਬਣਿਆ, ਵਣਾਂ ਦੇ ਵਿੱਚ, ਜੰਗਲਾਂ ਦੇ ਵਿੱਚ ਨਿਕਲ ਗਿਆ। ਇੱਥੇ ਸਮੇਂ ਦੀ ਸਮਾਪਤੀ ਹੈ, ਪ੍ਰਸੰਗ ਥੋੜ੍ਹਾ ਜਿਹਾ ਰਹਿੰਦਾ ਹੈ। ਸੋ ਇਹ ਬਾਕੀ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਨੂੰ ਵਿਚਾਰ ਲਵਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰਾਂ ਦੀ ਮਹਾਨ ਜੰਗ ਦਾ ਪ੍ਰਸੰਗ ਬਾਕੀ ਰਹਿੰਦਾ ਜਿਵੇਂ ਆਏਗਾ। ਸੋ ਆਪਾਂ ਕੱਲ੍ਹ ਨੂੰ ਸਾਰੇ ਪ੍ਰੇਮ ਦੇ ਨਾਲ ਜੁੜ ਕੇ ਇਸੇ ਪ੍ਰਕਾਰ ਆਨੰਦ ਮਾਣਾਂਗੇ। ਹੁਣ ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ, ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ। ਜਿਸ ਮੁਖ ਭਇਓ ਤਤੈ ਚਲ ਗਇਓ। ਪਰਮਹੰਸ ਅਵਸਥਾ ਭਇਓ।